ਵੱਡੀ ਖਬਰ ਅੰਮ੍ਰਿਤਸਰ ਤੋਂ ਦਰਬਾਰ ਸਾਹਿਬ ਤੋਂ ਹੈ। ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਕੋਲ ਇੱਕ ਸ਼ਖਸ ਪਹੁੰਚ ਗਿਆ। ਰਹਿਰਾਸ ਦਾ ਉਸ ਸਮੇਂ ਪਾਠ ਚੱਲ ਰਿਹਾ ਸੀ ਤੇ ਇੱਕਦਮ ਛਾਲ ਮਾਰ ਕੇ ਮੁਲਜ਼ਮ ਜਿੱਥੇ ਪ੍ਰਕਾਸ਼ ਹੋ ਰੱਖਿਆ ਸੀ ਉਸ ਵਾਲੀ ਥਾਂ ਦੇ ਉੱਤੇ ਪਹੁੰਚ ਗਿਆ। ਐਸਜੀਪੀਸੀ ਦੀ ਟਾਸਕ ਫੋਰਸ ਨੇ ਉਸ ਨੂੰ ਕਾਬੂ ਕਰ ਲਿਆ ਹੈ ਤੇ ਪੂਰੀ ਮੰਦਭਾਗੀ ਘਟਨਾ ਜਿਹੜੀ ਵਾਪਰੀ ਹੈ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ, ਜਿੱਥੇ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ ਇਹ ਸ਼ਖਸ ਆਪਣੀ ਇਸ ਕੋਸ਼ਿਸ਼ ਦੇ ਵਿੱਚ ਕਾਮਯਾਬ ਨਹੀਂ ਹੋਇਆ। ਉਸ ਨੂੰ ਪਹਿਲਾਂ ਹੀ ਟਾਸਕ ਫੋਰਸ ਦੇ ਵੱਲੋਂ ਕਾਬੂ ਕਰ ਲਿਆ ਗਿਆ, ਪਰ ਦਰਬਾਰ ਸਾਹਿਬ ਦੇ ਵਿੱਚ ਅੰਦਰ ਪਹੁੰਚਿਆ ਤੇ ਜਿੱਥੇ ਪ੍ਰਕਾਸ਼ ਕੀਤਾ ਗਿਆ ਸੀ ਉਸ ਵਾਲੀ ਥਾਂ ਤੱਕ ਇਹ ਸ਼ਖਸ ਜ਼ਰੂਰ ਪਹੁੰਚ ਗਿਆ। ਤੇ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਕੋਲ ਪਹੁੰਚਿਆ ਸ਼ਖਸ, ਰਹਿਰਾਸ ਦਾ ਉਸ ਸਮੇਂ ਪਾਠ ਚੱਲ ਰਿਹਾ ਸੀ। ਦਿਖਾ ਰਹੇ ਹਾਂ ਤੁਹਾਨੂੰ ਤਸਵੀਰਾਂ ਕਿ ਕਿਸ ਤਰੀਕੇ ਨਾਲ ਉਸ ਸਮੇਂ ਪੂਰੀ ਘਟਨਾ ਵਾਪਰੀ ਹੈ। ਉਸ ਤੋਂ ਬਾਅਦ ਟਾਸਕ ਫੋਰਸ ਐਸਜੀਪੀਸੀ ਦੀ ਟਾਸਕ ਫੋਰਸ ਹੈ, ਉਹਨਾਂ ਦੇ ਵੱਲੋਂ ਕਾਬੂ ਇਸ ਸ਼ਖਸ ਨੂੰ ਕਰ ਲਿਆ ਗਿਆ ਹੈ। ਤਾਂ ਬਹੁਤ ਹੀ ਗੰਭੀਰ ਮਾਮਲਾ ਇਸ ਸਮੇਂ, ਕਿਉਂਕਿ ਬੇਅਦਬੀ ਦਾ ਮੁੱਦਾ ਪੰਜਾਬ ਦੇ ਵਿੱਚ ਬਹੁਤ ਵੱਡਾ ਹੈ। ਪਿਛਲੇ ਕੁਝ ਸਮੇਂ ਦੇ ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਨੇ ਸਿੱਖ ਭਾਈਚਾਰੇ ਦੇ, ਸਿੱਖ ਸੰਗਤ ਦੇ ਹਿਰਦੇ ਜ਼ਰੂਰ ਬਲੁੰਦਰੇ ਨੇ। ਲਗਾਤਾਰ ਮੰਗ ਹੋਈ ਹੈ, ਖਾਸ ਤੌਰ ਤੇ 2015 ਦੇ ਵਿੱਚ ਵਾਪਰੇ ਘਟਨਾਕ੍ਰਮ ਦੇ ਮਾਮਲੇ ਦੇ ਵਿੱਚ ਕਿ ਜਿਹੜੀਆਂ ਮੁਲਜ਼ਮਾਂ ਨੂੰ, ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਪਰ ਇਸ ਸਭ ਦੇ ਵਿਚਾਲੇ, ਇਲੈਕਸ਼ਨ ਦੇ ਇਸ ਦੌਰ ਦੇ ਵਿਚਾਲੇ ਇਹ ਤਸਵੀਰਾਂ ਸਾਹਮਣੇ ਆਉਣੀਆਂ ਜ਼ਰੂਰ ਚਿੰਤਾ ਨੂੰ ਵਧਾਉਣ ਵਾਲੀਆਂ ਨੇ। ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਦਰਬਾਰ ਸਾਹਿਬ ਦੀਆਂ, ਜਿੱਥੇ ਪ੍ਰਕਾਸ਼ ਹੋ ਰੱਖਿਆ ਹੈ ਪਾਵਨ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਰਹਿਰਾਸ ਦਾ ਉੱਥੇ ਪਾਠ ਚੱਲ ਰਿਹਾ ਸੀ। ਉਸ ਸਮੇਂ ਸੰਗਤ ਹਰ ਰੋਜ਼ ਦੀ ਤਰ੍ਹਾਂ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋ ਰਹੀ ਸੀ। ਨਤਮਸਤਕ ਹੁੰਦੇ ਹੁੰਦੇ ਇੱਕ ਸ਼ਖਸ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਕੋਲ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ, ਪਹੁੰਚ ਜਾਂਦਾ ਹੈ। ਉਸ ਦੀਆਂ ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੇ ਪੁਲਿਸ ਤੱਕ ਕਦੋਂ ਮਾਮਲਾ ਪਹੁੰਚਦਾ ਹੈ, ਪਰ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਇਸ ਪੂਰੇ ਮਾਮਲੇ ਦੇ ਵਿੱਚ ਐਸਜੀਪੀਸੀ ਦੇ ਵੱਲੋਂ, ਜੋ ਐਸਜੀਪੀਸੀ ਦੀ ਟਾਸਕ ਫੋਰਸ ਹੈ, ਉਸ ਦੇ ਵੱਲੋਂ ਇਸ ਸ਼ਖਸ ਨੂੰ ਕਾਬੂ ਕਰ ਲਿਆ ਗਿਆ ਹੈ। ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਦੀ ਕੋਸ਼ਿਸ਼ ਦੀ ਘਟਨਾ ਇਹ ਹੋਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਕੋਲ ਇੱਕ ਸ਼ਖਸ ਪਹੁੰਚ ਗਿਆ ਹੈ। ਇਸ ਦੇ ਪਿੱਛੇ ਕੌਣ ਹੈ, ਆਖਿਰ ਕਿਉਂ ਇਹ ਸਾਜ਼ਿਸ਼ ਘੜੀ ਜਾ ਰਹੀ ਸੀ, ਆਖਿਰ ਉਹ ਸ਼ਖਸ ਕੌਣ ਹੈ, ਦਿਮਾਗੀ ਤੌਰ ਤੇ ਉਸ ਸ਼ਖਸ ਦਾ ਮੌਜੂਦਾ ਸਥਿਤੀ ਕੀ ਹੈ, ਬਹੁਤ ਸਾਰੇ ਸਵਾਲ ਨੇ ਜੋ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਹੋਣਗੇ। ਦਰਬਾਰ ਸਾਹਿਬ ਉਹ ਥਾਂ ਹੈ ਜਿੱਥੇ ਦੁਨੀਆ ਭਰ ਦੀ ਸੰਗਤ ਆਉਂਦੀ ਹੈ। ਨਾ ਸਿਰਫ ਸਿੱਖ ਸੰਗਤ ਬਲਕਿ ਹਰ ਧਰਮ ਨੂੰ ਮੰਨਣ ਵਾਲੇ ਲੋਕ ਉੱਥੇ ਪਹੁੰਚਦੇ ਨੇ, ਨਤਮਸਤਕ ਹੁੰਦੇ ਨੇ। ਤੇ ਕੋਈ ਜ਼ਿਹਨ ਦੇ ਵਿੱਚ ਵੀ ਨਹੀਂ ਸੋਚ ਸਕਦਾ ਕਿ ਉਸ ਪਵਿੱਤਰ ਧਰਤੀ ਦੇ ਉੱਤੇ, ਉਸ ਪਵਿੱਤਰ ਥਾਂ ਦੇ ਉੱਤੇ ਕੋਈ ਅਜਿਹੀ ਘਟਨਾ ਨੂੰ ਅੰਜਾਮ ਦੇਣ ਬਾਰੇ ਸੋਚ ਵੀ ਸਕਦਾ ਹੈ। ਪਰ ਪੂਰੀ ਘਟਨਾ ਕੀ ਵਾਪਰੀ ਆ ਉਹ ਵੀ ਤੁਹਾਨੂੰ ਅਸੀਂ ਇੱਕ ਕਰਕੇ ਦੱਸ ਰਹੇ ਹਾਂ। ਦਰਅਸਲ ਇੱਕ ਸ਼ਖਸ, ਜੋ ਫਿਲਹਾਲ ਸਾਡੇ ਕੋਲ ਜਾਣਕਾਰੀ ਹੈ ਕਿ ਸੰਗਤ ਦੇ ਵਿੱਚ ਹੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚਿਆ। ਜਿਹੜੀ ਸੰਗਤ, ਜ਼ਿਆਦਾਤਰ ਪੰਜਾਬੀ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਨੇ, ਉਹਨਾਂ ਨੂੰ ਪਤਾ ਹੋਏਗਾ ਕਿ ਉੱਥੇ ਕਿਸ ਤਰੀਕੇ ਨਾਲ ਸੰਗਤ ਅੰਦਰ ਜਾਂਦੀ ਹੈ ਜਦੋਂ ਨਤਮਸਤਕ ਹੋਣਾ ਹੁੰਦਾ, ਜਦੋਂ ਮੱਥਾ ਟੇਕਣਾ ਹੁੰਦਾ ਅਸੀਂ। ਤਾਂ ਉਸ ਜ਼ਰੀਏ ਹੀ ਜੋ ਜਾਣਕਾਰੀ ਹੈ ਕਿ ਇਹ ਸ਼ਖਸ ਵੀ ਦਰਬਾਰ ਸਾਹਿਬ ਦੇ ਵਿੱਚ ਗਿਆ ਨਤਮਸਤਕ ਹੋਣ ਦੇ ਲਈ। ਸੰਗਤ ਦੇ ਵਿੱਚ ਜੋ ਪੂਰੀ ਭੀੜ ਸੰਗਤ ਦੀ ਅੰਦਰ ਜਾ ਰਹੀ ਸੀ, ਉੱਥੇ ਅੰਦਰ ਪਹੁੰਚਿਆ। ਰਹਿਰਾਸ ਦਾ ਉਸ ਸਮੇਂ ਪਾਠ ਚੱਲ ਰਿਹਾ ਸੀ ਤੇ ਇਸ ਤੋਂ ਪਹਿਲਾਂ ਕਿ ਕੋਈ ਕੁਝ ਸਮਝ ਪਾਉਂਦਾ, ਇਹ ਸ਼ਖਸ ਜਿੱਥੇ ਪ੍ਰਕਾਸ਼ ਹੋ ਰੱਖਿਆ ਸੀ, ਉਹ ਪੂਰਾ ਜਿਹੜਾ ਹੁੰਦਾ ਹੈ, ਜਿੱਥੇ ਦਰਬਾਰ ਸਾਹਿਬ ਦੇ ਵਿੱਚ ਪ੍ਰਕਾਸ਼ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਉੱਥੇ ਜਾਣ ਦੀ ਮਨਾਹੀ ਹੁੰਦੀ ਹੈ। ਜਿਹੜੇ ਉੱਥੇ ਪਾਠੀ ਨੇ, ਰਾਗੀ ਨੇ, ਸਿਰਫ ਉਹੀ ਉੱਥੇ ਜਾ ਸਕਦੇ ਨੇ। ਜਿਨ੍ਹਾਂ ਦੀ ਸੇਵਾ ਲੱਗੀ ਹੁੰਦੀ ਹੈ, ਸਿਰਫ ਉਹੀ ਉਸ ਥਾਂ ਦੇ ਉੱਤੇ ਜਾ ਸਕਦੇ ਨੇ, ਉਹ ਵੀ ਉਸ ਸਮੇਂ ਜਦੋਂ ਉਹਨਾਂ ਦੀ ਡਿਊਟੀ ਲਗਾਈ ਗਈ ਹੁੰਦੀ ਹੈ। ਤਾਂ ਉਹ ਉਸ ਥਾਂ ਦੇ ਉੱਤੇ ਜਦੋਂ ਰਹਿਰਾਸ ਦਾ ਪਾਠ ਚੱਲ ਰਿਹਾ ਸੀ, ਇਹ ਸ਼ਖਸ ਇੱਕਦਮ ਛਾਲ ਮਾਰ ਕੇ ਅੰਦਰ ਵੜ ਜਾਂਦਾ ਹੈ। ਪ੍ਰਕਾਸ਼ ਹੋਏ ਵਾਲੀ ਥਾਂ ਦੇ ਉੱਤੇ, ਜਿੱਥੇ ਪ੍ਰਕਾਸ਼ ਹੋਇਆ ਉਸ ਦੇ ਨੇੜੇ ਪਹੁੰਚ ਜਾਂਦਾ ਹੈ। ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਪਹੁੰਚ ਪਾਉਂਦਾ। ਉਸ ਤੋਂ ਪਹਿਲਾਂ ਹੀ ਜਿਹੜਾ ਉੱਥੇ ਨੁਮਾਇੰਦੇ ਮੌਜੂਦ ਸੀ, ਉਹਨਾਂ ਦੇ ਵੱਲੋਂ ਉਸ ਨੂੰ ਕਾਬੂ ਕਰ ਲਿਆ ਗਿਆ। ਐਸਜੀਪੀਸੀ ਦੀ ਟਾਸਕ ਫੋਰਸ ਉੱਥੇ ਮੌਜੂਦ ਹੁੰਦੀ ਹੈ, ਉਹਨਾਂ ਦੇ ਵੱਲੋਂ ਕਾਬੂ ਕਰ ਲਿਆ ਗਿਆ। ਅਸੀਂ ਕੁਝ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਸਾਡਾ ਮਕਸਦ ਇਹੀ ਹੈ ਕਿ ਪੂਰੀ ਘਟਨਾ ਦੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ, ਸਿੱਖ ਸੰਗਤ ਤੱਕ ਜ਼ਰੂਰ ਪਹੁੰਚੇ। ਅਸੀਂ ਇਹ ਵੀ ਤੁਹਾਨੂੰ ਅਪੀਲ ਕਰਾਂਗੇ ਕਿ ਕਿਸੇ ਤਰ੍ਹਾਂ ਦੀਆਂ ਅਫਵਾਹਾਂ ਉੱਤੇ ਧਿਆਨ ਨਾ ਦਿਵੋ। ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਇਹੀ ਸਹੀ ਤੇ ਸਟੀਕ ਜਾਣਕਾਰੀ ਹੈ ਕਿ ਇਸ ਸ਼ਖਸ ਦਾ ਪਿਛੋਕੜ ਕੀ ਹੈ, ਇਸ ਸ਼ਖਸ ਉੱਥੇ ਕਿਉਂ ਪਹੁੰਚਿਆ, ਇਸ ਸ਼ਖਸ ਦਾ ਮਨਸੂਬਾ ਕੀ ਸੀ, ਇਸ ਸ਼ਖਸ ਦੀ ਮਾਨਸਿਕ ਸਥਿਤੀ ਕਿਹੋ ਜਿਹੀ ਹੈ, ਇਸ ਬਾਰੇ ਅਜੇ ਤੱਕ ਕੋਈ ਵੀ ਸਾਫ਼ ਜਾਣਕਾਰੀ ਨਹੀਂ ਆਈ ਹੈ। ਜਿਵੇਂ ਜਿਵੇਂ ਇਨਫੋਰਮੇਸ਼ਨ ਪਹੁੰਚੇਗੀ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾਵਾਂਗੇ। ਇਸ ਕਰਕੇ ਮੈਂ ਅਪੀਲ ਕਰ ਰਿਹਾ, ਅਸੀਂ ਨਿਊਜ਼ 18 ਪੰਜਾਬ ਅਪੀਲ ਕਰ ਰਹੇ ਹਾਂ ਕਿ ਤੁਸੀਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਇੱਕਦਮ ਖਬਰਾਂ ਆਉਣ ਲੱਗ ਜਾਂਦੀਆਂ ਨੇ ਜਾਂ ਫਿਰ ਗੱਲਾਂ
ਵਾਇਰਲ ਹੋਣ ਜਾਣ ਲੱਗ ਜਾਂਦੀਆਂ ਨੇ ਉਸ ਨੂੰ ਥੋੜਾ ਜਿਹਾ ਨਜ਼ਰਅੰਦਾਜ਼ ਕਰਿਓ। ਇਹ ਜ਼ਰੂਰੀ ਹੈ ਪੰਜਾਬ ਦੇ ਲਈ। ਇਹ ਬਹੁਤ ਗੰਭੀਰ ਮੁੱਦਾ ਲਾਜ਼ਮੀ ਤੌਰ ਤੇ ਇਸ ਸਮੇਂ ਸਾਡੇ ਸਾਹਮਣੇ ਹੈ। मैं रुक करदा साडे सहयोगी राजीव साडे नाल अमृतसर तो जुड़ रहे ने। पूरी जानकारी उन्हां तो लैण दी कोशिश करांगे और असीं कोशिश कर रहे हैं कि साडी पूरी टीम इस वड्डी खबर दे उत्ते रहे कि उत्थे इस समय माहौल की है, अपडेट की है ते इस शख्स दा पिछोकड़ की है, पुलिस तक ये पूरा मामला पहुंचा नहीं पहुंचा, हर एक अपडेट तुहाडे तक पहुंचाइए। मैं रुक करदा राजीव दा। राजीव, सब तो पहलां दसो किन्ने वजे दी घटना, की कुछ उत्थे वापरिया है? ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਬੜੀ ਹੀ ਮੰਦਭਾਗੀ ਇਹ ਜਿਹੜੀ ਘਟਨਾ ਵਾਪਰੀ ਹੈ, ਕਿਉਂਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹਰ ਰੋਜ਼ ਕੀਤਾ ਜਾਂਦਾ ਔਰ ਸ਼ਾਮ ਨੂੰ ਰਹਿ ਰਾਤ ਦਾ ਜਦੋਂ ਪਾਠ ਹੋ ਰਿਹਾ ਸੀ ਤਾਂ ਉਦੋਂ ਇੱਕ ਸ਼ਖਸ ਜੋ ਹੈ ਜੋ ਕਿ ਕਾਲੇ ਰੰਗ ਦਾ ਜੋ ਪਹਿਰਾਵਾ ਉਸਨੇ ਪਹਿਨਿਆ ਹੋਇਆ ਜੋ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਔਰ ਰੁਮਾਲਾ ਸਾਹਿਬ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਪਾਵਨ ਸਰੂਪ ਹੈ ਉਸ ਦੇ ਉੱਪਰ ਜੋ ਰੁਮਾਲਾ ਸਾਹਿਬ ਚੜਾਇਆ ਜਾਂਦਾ ਉਸ ਦੇ ਉੱਪਰ ਉਸ ਵੱਲੋਂ ਪੈਰ ਰੱਖੇ ਗਏ ਤਾਂ ਉਸ ਦੀ ਕੀ ਮਨਸ਼ਾ ਸੀ ਇਹ ਤਾਂ ਹਾਲੇ ਸਪਸ਼ਟ ਨਹੀਂ ਹੋ ਪਾਇਆ। ਪਰ ਐਸਜੀਪੀਸੀ ਦੀ ਜਿਹੜੀ ਉੱਥੇ ਟੀਮ ਮੌਜੂਦ ਸੀ, ਭਾਵੇਂ ਉਹ ਟਾਸਕ ਫੋਰਸ ਹੋਵੇ ਜਾਂ ਜਿਹੜੇ ਸੇਵਾਦਾਰ ਸੱਚਖੰਡ ਦੇ ਅੰਦਰ ਜਿਨ੍ਹਾਂ ਦੀ ਡਿਊਟੀ ਹੁੰਦੀ ਹੈ, ਤਾਂ ਉਹਨਾਂ ਵੱਲੋਂ ਤੁਰੰਤ ਇਸ ਨੂੰ ਜੋ ਹੈ, ਕਿਉਂਕਿ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖਿਆ ਕਿ ਜੋ ਗ੍ਰੰਥੀ ਸਿੰਘ ਨੇ ਜੋ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਹੋਏ ਸੀ ਤਾਂ ਉਹ ਵੀ ਇੱਕਦਮ ਹਰਕਤ ਦੇ ਵਿੱਚ ਆਉਂਦੇ ਨੇ, ਕਿਉਂਕਿ ਇੱਕ ਕੋਈ ਸੋਚ ਵੀ ਨਹੀਂ ਸਕਦਾ ਕਿ ਸੱਚਖੰਡ ਦੇ ਅੰਦਰ ਇੱਕ ਸ਼ਖਸ ਇਸ ਤਰੀਕੇ ਦੇ ਨਾਲ ਦਾਖਲ ਹੋ ਸਕਦਾ, ਕਿਉਂਕਿ ਜੰਗਲੇ। ਠੀਕ ਹੈ ਰਾਜੀਵ, ਮੈਂ ਤੁਹਾਡੇ ਕੋਲ ਵਾਪਸ ਆਉਣਾ ਫਿਲਹਾਲ ਦੇ ਲਈ ਧੰਨਵਾਦ। ਰੁਕ ਕਰਦੇ ਹਾਂ ਇਸ ਸਮੇਂ ਸਾਡੇ ਨਾਲ ਮਨਜਿੰਦਰ ਸਿੰਘ ਸਿਰਸਾ ਜੀ ਜੁੜ ਰਹੇ ਨੇ, ਸਾਬਕਾ ਪ੍ਰਧਾਨ ਨੇ ਡੀਐਸਜੀਐਮਸੀ ਦੇ। ਸਿਰਸਾ ਸਾਹਿਬ, ਸਵਾਗਤ ਹੈ ਤੁਹਾਡਾ। ਬਹੁਤ ਮੰਦਭਾਗੀ ਘਟਨਾ ਹੈ, ਬਹੁਤ ਗੰਭੀਰ ਮੁੱਦਾ ਹੈ, ਹਰ ਕਿਸੇ ਦੇ ਲਈ ਤੁਹਾਡਾ ਫਸਟ ਰਿਐਕਸ਼ਨ ਚਾਹਾਂਗੇ। ਤੁਹਾਡੇ ਕੋਲ ਕੀ ਕੁਝ ਜਾਣਕਾਰੀ, ਉਮੀਦ ਹੈ ਤੁਹਾਡੇ ਕੋਲ ਪੂਰੇ ਮਾਮਲੇ ਦੀ ਜਾਣਕਾਰੀ ਪਹੁੰਚੀ ਹੋਈ। ਪਹਿਲਾਂ ਤੇ ਮੈਂ ਬਾਈ ਚਾਂਸ ਮੈਂ ਉਸ ਵੇਲੇ ਸ੍ਰੀ ਦਰਬਾਰ ਸਾਹਿਬ ਤੋਂ ਲਾਈਵ ਟੈਲੀਕਾਸਟ 'ਚ ਬੈਠਾ ਹੀ ਸਾਹਮਣੇ ਦੇਖ ਹੀ ਰਿਹਾ ਸੀ। ਜਦੋਂ ਅਚਾਨਕ ਹੋਇਆ ਮੈਂ ਵੀ ਇੱਕਦਮ ਉੱਠ ਕੇ ਬੈਠਾ, ਹੋਇਆ ਕੀ, ਕਿਉਂਕਿ ਇੱਕਦਮ ਜਿਵੇਂ ਜਿਹੜੇ ਪਾਰਟੀ ਸਿੰਘ ਕੋਲ ਬੈਠੇ ਸੀ ਜਿਵੇਂ ਇੱਕਦਮ ਉੱਠ ਕੇ ਔਰ ਇੱਕਦਮ ਆਵਾਜ਼ ਆਈ ਤੇ ਬੜਾ ਸਮਝ ਤੋਂ ਪਰਾਂ, ਕਿਉਂਕਿ ਉਹ ਜਿਹੜਾ ਸੀਗਾ ਕੋਈ 10 ਸਕਿੰਟ ਦਾ ਸਾਰਾ ਵਾਕਿਆ ਸੀਗਾ। ਉਸ ਤੋਂ ਬਾਅਦ ਫਿਰ ਮੈਂ YouTube ਤੇ ਜਾ ਕੇ ਦੁਬਾਰਾ ਵੀਡੀਓ ਦੇਖ ਕੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਹੋਇਆ ਕੀ ਆ, ਫਿਰ ਉੱਥੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ। ਤੇ ਦੇਖੋ ਇੱਕ ਗੱਲ ਤੇ ਪੱਕੀ ਆ ਕਿ ਜੋ ਮੈਂ ਹੁਣੇ ਪਤਾ ਕਰਨ ਲੱਗਿਆ ਸੀ ਮੈਨੂੰ ਕਿ 2 ਦਿਨ ਪਹਿਲਾਂ ਉੱਥੇ ਗੁਰੂ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਦੇ ਅੰਦਰ ਗੁਟਕਾ ਕਿਸੇ ਨੇ ਪਹਿਲਾਂ ਸੁੱਟਿਆ ਉੱਥੇ ਅੰਦਰ, ਔਰ 2 ਦਿਨ ਬਾਅਦ ਇਹ ਘਟਨਾ ਜਿਹੜੀ ਘਟੀ ਆ ਹੈ ਤੇ ਕੋਈ ਨਾ ਕੋਈ ਇਹਦੇ ਪਿੱਛੇ ਸਾਜ਼ਿਸ਼ ਆ। ਕੋਈ ਕੌਣ ਹੈ ਇਹਦੇ ਪਿੱਛੇ, ਕੋਈ ਕਿਸ ਤਰੀਕੇ ਨਾਲ ਕਿਸੇ ਏਜੰਸੀ ਵੱਲੋਂ ਇਹਨੂੰ ਪ੍ਰਮੋਟ ਕੀਤਾ ਗਿਆ ਹੈ, ਕਿਸੇ ਜਾਣ ਬੁੱਝ ਕੇ ਆਪਸ ਅੰਦਰ ਭਾਈਚਾਰਕ ਜਿਹੜੀ ਸਾਂਝ ਆ ਉਸ ਨੂੰ ਉਹਦੇ ਅੰਦਰ, ਲੇਕਿਨ ਜਿਹੜਾ ਵੀ ਕੀਤਾ ਗਿਆ ਇੰਨਾ ਦੁਖਦਾਈ ਆ ਕਿ ਕੋਈ ਇਨਸਾਨ ਆਪਣੇ ਸੁਪਨੇ 'ਚ ਵੀ ਕਿਵੇਂ ਕਲਪਨਾ ਕਰ ਸਕਦਾ ਸ੍ਰੀ ਦਰਬਾਰ ਸਾਹਿਬ ਇੰਨੀ ਪਵਿੱਤਰ ਸਥਾਨ ਦੇ ਉੱਤੇ ਇਹੋ ਜਿਹੀ ਜਿਹੜੀ ਕੋਸ਼ਿਸ਼ ਕਰਨਾ ਜਾਂ ਸੁਪਨੇ 'ਚ ਵੀ ਸੋਚ ਲੈਣਾ, ਮੈਂ ਸਮਝਦਾ ਉਹ ਵੀ ਇੰਨਾ ਵੱਡਾ ਪਾਪ ਆ। ਲੇਕਿਨ ਇਹ ਜਿੰਨੇ ਵੀ ਕੀਤਾ ਇਹ ਬਹੁਤ, ਇਹਦੇ ਪਿੱਛੇ ਏਜੰਸੀਆਂ ਨੂੰ, ਇਹਦੇ ਪਿੱਛੇ ਪੁਲਿਸ ਨੂੰ ਇਹਨੂੰ ਬੜਾ ਇਮੀਡੀਏਟਲੀ ਸੀਰੀਅਸਲੀ ਲੈ ਕੇ ਇਸ ਨੂੰ ਐਕਸਪੋਜ਼ ਕਰਨਾ ਚਾਹੀਦਾ, ਇਹਨੂੰ ਜਨਤਕ ਕਰਨਾ ਚਾਹੀਦਾ ਹੈ ਔਰ ਸ਼੍ਰੋਮਣੀ ਕਮੇਟੀ ਨੂੰ ਐਫਰਟ ਕਰਨਾ ਚਾਹੀਦਾ ਕਿ ਕਿਉਂ ਹੋਇਆ, ਕਿਵੇਂ ਹੋਇਆ। ਸਿਰਸਾ ਸਾਹਿਬ, ਤੁਹਾਨੂੰ ਲੱਗਦਾ ਸਾਜ਼ਿਸ਼ ਹੈ ਇਸ ਦੇ ਪਿੱਛੇ ਕੋਈ? ਮੈਂ ਤੁਹਾਨੂੰ ਇਹ ਕਹਿਣ ਲੱਗਾ ਸੀ, ਦੇਖੋ ਸਭ ਤੋਂ ਪਹਿਲਾਂ ਆਪਾਂ ਇਹ ਸਮਝ ਲਈਏ ਕਿ ਦੁਨੀਆ ਦੇ ਅੰਦਰ ਸਭ ਤੋਂ ਪਵਿੱਤਰ ਸਥਾਨਾਂ ਦੇ ਨਾਲ ਸਭ ਤੋਂ ਸੁਰੱਖਿਅਤ ਸਥਾਨ, ਦੇਖੋ ਲੱਖਾਂ ਲੋਕ ਆਉਂਦੇ ਨੇ, ਕਿਸੇ ਨੂੰ ਕੋਈ ਚੈੱਕ ਨਹੀਂ ਕਰਦਾ ਕਿਸੇ ਦੇ ਬਾਰੇ 'ਚ, ਲੇਕਿਨ ਗੁਰੂ ਦੀ ਕਿੱਡੀ ਰਹਿਮਤ ਤੇ ਬਖਸ਼ਿਸ਼ ਹੈ ਇਸ ਘਰ ਉੱਤੇ, ਉਹਦੇ ਅੰਦਰ ਕੋਈ ਇਹੋ ਜਿਹੀ ਜੁਰਤ ਕਰੇ, ਇਹ ਨਹੀਂ ਹੋ ਸਕਦਾ। ਇਹ ਜਾਣ ਬੁੱਝ ਕੇ ਕਿਸੇ ਨੇ ਕੀਤਾ, ਜਿੰਨੇ ਵੀ ਕੀਤਾ ਹੈ। ਇਸ ਕਰਕੇ ਇਹ ਸਾਜ਼ਿਸ਼ ਨੂੰ ਨੰਗਿਆ ਕਰਨਾ ਬਹੁਤ ਜ਼ਰੂਰੀ ਆ, ਬੇਨਕਾਬ ਕਰਨਾ ਬਹੁਤ ਜ਼ਰੂਰੀ ਆ। ਕੌਣ ਇਹਦੇ ਪਿੱਛੇ ਆ, ਕਿੰਨੇ ਕਰਾਇਆ ਹੈ ਔਰ ਇਹਦੀ ਭਾਵਨਾ ਉਹਦੀ ਕੀ ਰਹੀ ਹੋਗੀ, ਉਹਦੀ ਕੇਵਲ ਇੱਕ ਰਹੀ ਹੋਗੀ ਕਿਸੇ ਤਰੀਕੇ ਆਪਸੀ ਭਾਈਚਾਰਕ ਸਾਂਝ, ਪੰਜਾਬ ਨੂੰ ਡਿਸਟਰਬ ਕੀਤਾ ਜਾਵੇ, ਪੰਜਾਬ ਦੇ ਅੰਦਰ ਜੋ ਬੇਅਦਬੀਆਂ ਦੇ ਨਾਮ ਦੇ ਉੱਤੇ ਜਿਸ ਤਰੀਕੇ ਦੀ ਰਾਜਨੀਤੀ ਵੀ ਹੋ ਰਹੀ ਆ ਉਹਦੇ ਨਾਲ ਪੰਜਾਬ ਦਾ ਮਾਹੌਲ ਬੜਾ ਖਰਾਬ ਹੋ ਰਿਹਾ ਔਰ ਇਹਨੂੰ ਫਰਦਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ੁਕਰੀਆ ਸਿਰਸਾ ਸਾਹਿਬ, ਸਾਡੇ ਨਾਲ ਜੁੜਨ ਦੇ ਲਈ ਧੰਨਵਾਦ। ਤਾਂ ਲਾਜ਼ਮੀ ਤੌਰ ਤੇ ਸੱਚ ਤਾਂ ਸਾਹਮਣੇ ਆਉਣਾ ਚਾਹੀਦਾ ਕਿ ਆਖਿਰ ਇਸ ਦੇ ਪਿੱਛੇ ਕੌਣ ਸੀ, ਕਿਸ ਦੇ ਵੱਲੋਂ ਇਹ ਪੂਰੀ ਸਾਜ਼ਿਸ਼ ਘੜੀ ਗਈ ਹੈ, ਕੋਈ ਸਾਜ਼ਿਸ਼ ਦਾ ਹਿੱਸਾ ਹੈ ਜਾਂ ਇਸ ਦੇ ਪਿੱਛੇ ਚਿਹਰੇ ਕੋਈ ਹੋਰ ਨੇ, ਇਸ ਸ਼ਖਸ ਨੂੰ ਭੇਜਿਆ ਗਿਆ ਉੱਥੇ। ਬਹੁਤ ਵੱਡੀ ਗੱਲ ਹੁੰਦੀ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਇਸ ਤਰੀਕੇ ਨਾਲ ਕੋਈ ਅੰਦਰ ਵੜ ਜਾਵੇ, ਕਿਸੇ ਵੀ ਗੁਰਦੁਆਰੇ 'ਚ ਜਾਵੇ, ਲਾਜ਼ਮੀ ਤੌਰ ਤੇ ਵੱਡੀ ਗੱਲ ਹੁੰਦੀ ਹੈ, ਪਰ ਦਰਬਾਰ ਸਾਹਿਬ ਦੇ ਵਿੱਚ ਸੰਗਤ ਬਹੁਤ ਵੱਡੀ ਤਾਦਾਦ ਦੇ ਵਿੱਚ ਹੁੰਦੀ ਹੈ। ਉੱਥੇ ਐਸਜੀਪੀਸੀ ਦੀ ਟਾਸਕ ਫੋਰਸ ਹੁੰਦੀ ਹੈ, ਜਿਹੜੇ ਉੱਥੇ ਪਾਠ ਕਰ ਰਹੇ ਸੀ ਪਾਠੀ ਜਿਹੜੇ ਹੁੰਦੇ ਨੇ ਉਹ ਵੀ ਮੌਜੂਦ ਹੁੰਦੇ ਨੇ। ਤਾਂ ਕੋਈ ਬਹੁਤ ਸੌਖਾ ਨਹੀਂ ਹੈ ਕਿਸੇ ਦੇ ਵੱਲੋਂ ਅੰਦਰ ਜਾ ਕੇ ਇਸ ਤਰੀਕੇ ਦੀ ਕਿਸੇ ਘਟਨਾ ਨੂੰ ਅੰਜਾਮ ਦੇਣਾ। ਇਸ ਸਮੇਂ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਬਲਵਿੰਦਰ ਬੈਂਸ ਜੀ ਜੁੜ ਰਹੇ ਨੇ, ਵਿਧਾਇਕ ਮੀਨੇ ਤੇ ਐਸਜੀਪੀਸੀ ਦੇ ਮੈਂਬਰ ਨੇ। ਬੈਂਸ ਸਾਹਿਬ, ਤੁਹਾਡੇ ਤੱਕ ਪਹੁੰਚੀ ਹੋਏਗੀ ਪੂਰੀ ਜਾਣਕਾਰੀ, ਤਸਵੀਰਾਂ ਤੁਸੀਂ ਦੇਖ ਰਹੀਆਂ ਹੋਣਗੀਆਂ, ਕਿਵੇਂ ਦੇਖ ਰਹੇ ਹੋ ਪੂਰੇ ਮਾਮਲੇ ਨੂੰ, ਤੁਹਾਡਾ ਫਸਟ ਰਿਐਕਸ਼ਨ?
ਬਹੁਤ ਜ਼ਿਆਦਾ ਅਫਸੋਸ ਹੈ ਜਿੱਥੇ ਕਾਂ ਚੁੱਭੀ ਲਾ ਕੇ ਹੰਸ ਬਣ ਜਾਂਦਾ, ਕੋੜੀਆਂ ਦਾ ਕੋਡ ਠੀਕ ਹੋ ਜਾਂਦਾ ਤੇ ਕੁੱਲ ਦੁਨੀਆ ਬੜੇ ਮਿੱਠੇ ਧੁਨ ਵਿੱਚ ਰਾਗ ਗਾਉਂਦੀ ਤੇ ਸੁਣਦੀ ਹੈ ਕਿ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ। ਕਿ ਉੱਥੇ ਜਾ ਕੇ ਗੁਰੂ ਰਾਮਦਾਸ ਦੇ ਘਰ ਦੀ ਜਿੱਥੋਂ ਕੁੱਲ ਸੰਸਾਰ ਖੁਸ਼ੀ ਲੈਣ ਆਉਂਦਾ, ਉੱਥੇ ਜਾ ਕੇ ਕੋਈ ਬੇਅਦਬੀ ਕਰਨ ਦੀ ਕੋਸ਼ਿਸ਼ ਕਰੇ ਤੇ ਇਹਦਾ ਮਤਲਬ ਵੀ ਉਹ ਇਕੱਲਾ ਨਹੀਂ ਹੈਗਾ, ਉਹਦੇ ਮਗਰ ਵੀ ਕੋਈ ਹੋਰ ਹੈਗਾ ਤੇ ਉੱਥੇ ਇਹ ਵੱਡੀ ਸਾਜ਼ਿਸ਼ ਦਾ ਹਿੱਸਾ ਹੈਗਾ ਤੇ ਇਹ ਸਾਜ਼ਿਸ਼ ਨੂੰ ਲਾਜ਼ਮੀ ਤੌਰ ਤੇ ਨੰਗਿਆ ਕਰਨਾ ਚਾਹੀਦਾ। ਕਿਉਂਕਿ ਸਰਕਾਰ ਜਿਹੜੀ ਹੈ, ਮੈਨੂੰ ਇਹ ਗੱਲ ਕਹਿਣ 'ਚ ਕੋਈ ਗੁਰੇਜ਼ ਨਹੀਂ ਵੀ ਸਰਕਾਰ ਕੋਲੋਂ ਪਿਛਲੇ ਵਾਲੇ ਨਹੀਂ ਫੜੇ ਗਏ ਤੇ ਹੁਣ ਵਾਲਾ ਤਾਂ ਚਲੋ ਸੰਗਤ ਨੇ ਉੱਥੋਂ ਜਾਣ ਨਹੀਂ ਦੇਣਾ ਤੇ ਇਹਦੀ ਬਹੁਤ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਜਿੱਥੇ ਇੰਨੀ ਸੰਗਤ ਦੀ ਗਿਣਤੀ ਬੇਗਿਣਤੀ ਹੈ, ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ ਸੰਗਤ ਦੀ, ਜੇ ਬੰਦੇ ਦਾ ਹੌਸਲਾ ਏਡਾ ਹੋ ਗਿਆ ਕਿ ਉਹ ਉੱਥੇ ਜਾ ਕੇ ਵੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰਦਾ, ਇਹਦਾ ਮਤਲਬ ਵੀ ਉਹ ਇਹ ਸਮਝਦਾ ਹੈ ਵੀ ਮੇਰੇ ਪਿੱਛੇ ਤਾਕਤ ਵੱਡੀ ਆ, ਮੈਨੂੰ ਕੁਝ ਨਹੀਂ ਹੋਏਗਾ ਤੇ ਉਹ ਤਾਕਤ ਲੱਭਣੀ ਪੈਣੀ ਹੈ ਜੀ, ਜਿਹੜੀ ਬਾਰ-ਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਕੇ ਹਾਲਾਤ ਪੰਜਾਬ ਦੇ ਵਿਗਾੜਨਾ ਚਾਹੁੰਦੀ ਆ। ਉਸ ਤਾਕਤ ਨੂੰ ਲੱਭਣ ਦੀ ਲੋੜ ਹੈ ਤੇ ਉਹਦੇ ਤੇ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ। ਮੈਂ ਕਹਿੰਦਾ ਇੱਥੋਂ ਮਾੜੀ ਘਟਨਾ ਹੋਰ ਹੋ ਨਹੀਂ ਸਕਦੀ। ਸ਼ੁਕਰੀਆ, ਧੰਨਵਾਦ ਬੈਂਸ ਸਾਹਿਬ ਸਾਡੇ ਨਾਲ ਜੁੜਨ ਦੇ ਲਈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਿਲਕੁਲ ਸਹੀ ਸਟੀਕ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਪਹੁੰਚਾਈਏ ਔਰ ਇਸ ਸਮੇਂ ਸਾਡੇ ਸਹਿਯੋਗੀ ਅਮਿਤ ਸਾਡੇ ਨਾਲ ਜੁੜ ਰਹੇ ਨੇ ਅੰਮ੍ਰਿਤਸਰ ਤੋਂ। ਅਮਿਤ, ਕੀ ਕੁਝ ਤੁਹਾਡੇ ਕੋਲ ਜਾਣਕਾਰੀ? ਬਿਲਕੁਲ, ਮੈਂ ਤਫਸੀਲ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹਾਂਗਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਰੱਖਿਆ ਹੁੰਦਾ ਹੈ, ਜਿਸਦਾ ਪ੍ਰਕਾਸ਼ ਕੀਤਾ ਹੁੰਦਾ ਹੈ, ਉਸ ਨੂੰ ਸੱਚਖੰਡ ਕਹਿੰਦੇ ਆ। ਜਿੱਥੇ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਤੋਂ ਸ਼ਰਧਾਲੂ ਆਉਂਦੇ ਨੇ ਉਹ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੱਥਾ ਟੇਕ ਕੇ ਅਰਦਾਸ ਕਰਦੇ ਨੇ ਅਤੇ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਨੇ। ਅੱਜ ਇੱਕ ਯੁਵਕ ਮੱਥਾ ਟੇਕਦੇ ਸਮੇਂ ਉਸਦੇ ਅੰਦਰ ਵੜ ਗਿਆ। ਹਾਲਾਂਕਿ ਉਸ ਸਮੇਂ ਇੱਕ ਨਿੱਜੀ ਚੈਨਲ ਦਾ ਜਿਹੜਾ ਚੈਨਲ ਦੇ ਤੋਂ ਪਤਾ ਲੱਗਾ ਕਿ ਉਸ ਯੁਵਕ ਨੂੰ ਐਸਜੀਪੀਸੀ ਦੁਆਰਾ ਫੜ ਲਿਆ ਗਿਆ ਹੈ, ਲੇਕਿਨ ਨਿਹੰਗ ਜਥੇਬੰਦੀਆਂ ਜਦੋਂ ਨਿਹੰਗ ਜਥੇਬੰਦੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਨਿਹੰਗ ਜਥੇਬੰਦੀਆਂ ਤੇ ਇੱਕ ਵੱਡਾ ਸਮੂਹ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪੁੱਜਿਆ ਅਤੇ ਰੋਸ ਮੁਜ਼ਾਹਰਾ ਕਰਨ ਲੱਗਾ। ਹਾਲਾਂਕਿ ਜਿਹੜਾ ਨਿਹੰਗ ਜਥੇਬੰਦੀਆਂ ਦੇ ਮੁਤਾਬਿਕ ਕਿ ਐਸਜੀਪੀਸੀ ਦੁਆਰਾ ਜਦੋਂ ਯੁਵਕ ਨੂੰ ਫੜਿਆ ਗਿਆ ਤੇ ਉਸ ਨਾਲ ਮਾਰ ਕੁਟਾਈ ਕੀਤੀ ਗਈ। ਹਾਲਾਂਕਿ ਯੁਵਕ ਨੂੰ ਮਾਰ ਦਿੱਤਾ ਗਿਆ ਕਿਉਂਕਿ ਨਿਹੰਗ ਜਥੇਬੰਦੀਆਂ ਦਾ ਜਿਹੜਾ ਗੁੱਸਾ ਸੀ ਉਸ ਨੂੰ ਸ਼ਾਂਤ ਕਰਨਾ ਕਾਫੀ ਮੁਸ਼ਕਲ ਜਿਹੜਾ ਨਜ਼ਰ ਆ ਰਿਹਾ ਸੀ। ਹਾਲਾਂਕਿ ਪੁਲਿਸ ਦੁਆਰਾ ਵੀ ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਕਾਫੀ ਪੁਖਤਾ ਪ੍ਰਬੰਧ ਕੀਤੇ ਗਏ ਸੀ ਅਤੇ ਨਿਹੰਗ ਜਥੇਬੰਦੀਆਂ ਨੂੰ ਜਿਹੜੇ ਕਿ ਐਸਜੀਪੀਸੀ ਦੇ ਬਾਹਰ ਹੀ ਜਿਹੜਾ ਕਿ ਖੜੇ ਕੀਤਾ ਗਿਆ ਸੀ ਅਤੇ ਦਰਬਾਰ ਜਿਹੜੇ ਗੇਟ ਐਸਜੀਪੀਸੀ ਦੇ ਜਿਹੜੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਗੇਟ ਵੀ ਬੰਦ ਕਰ ਦਿੱਤੇ ਗਏ ਸੀ। ਹੁਣ ਉਸ ਯੁਵਕ ਦੇ ਸ਼ਵ ਨੂੰ ਬਾਹਰ ਕੱਢਿਆ ਗਿਆ। ਹਾਲਾਂਕਿ ਨਿਹੰਗ ਜਥੇਬੰਦੀਆਂ ਜਿੰਨੀਆਂ ਵੀ ਸਿੱਖ ਸੰਗਠਨ ਉੱਥੇ ਇਕੱਠੇ ਹੋਏ ਸੀ ਉਹਨਾਂ ਦਾ ਇਹ ਜ਼ਰੂਰ ਕਹਿਣਾ ਸੀ ਕਿ ਐਸਜੀਪੀਸੀ ਨੇ ਜੋ ਯੁਵਕ ਨਾਲ ਕੀਤਾ ਉਹ ਬਿਲਕੁਲ ਸਹੀ ਫੈਸਲਾ ਹੈ ਕਿਉਂਕਿ ਅਗਰ ਪੁਲਿਸ ਅਮਿਤ ਤੁਸੀਂ ਮੇਰੇ ਨਾਲ ਬਣੇ ਰਹੋ। ਇਸ ਸਮੇਂ ਅਸੀਂ ਅਪਡੇਟ ਦੇ ਰਹੇ ਹਾਂ ਆਪਣੇ ਦਰਸ਼ਕਾਂ ਨੂੰ। ਇਸ ਸਮੇਂ ਅਪਡੇਟ ਹੈ ਕਿ ਇਸ ਮੁਲਜ਼ਮ ਨੂੰ ਉੱਥੇ ਭੀੜ ਨੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਬੇਅਦਬੀ ਦੀ ਕੋਸ਼ਿਸ਼ ਜਿਸ ਦੇ ਵੱਲੋਂ ਕੀਤੀ ਗਈ ਸੀ। ਵੱਡੀ ਖਬਰ ਹੈ ਇਸ ਸਮੇਂ ਦੀ। ਚਿੰਤਾ ਵਾਲੀ ਗੱਲ ਪੰਜਾਬ ਦੇ ਲਈ, ਚਿੰਤਾ ਵਾਲੀ ਗੱਲ ਇਸ ਕਰਕੇ ਵੀ ਹੋ ਜਾਂਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਜੇ ਬੇਅਦਬੀ ਦੀ ਘਟਨਾ ਹੁੰਦੀ ਹੈ ਔਰ ਇਸ ਤਰੀਕੇ ਨਾਲ ਦਰਬਾਰ ਸਾਹਿਬ ਦੇ ਵਿੱਚ ਇਸ ਤਰੀਕੇ ਨਾਲ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਆਪਣੇ ਆਪ ਦੇ ਵਿੱਚ ਬਹੁਤ ਚਿੰਤਾ ਵਾਲੀ ਗੱਲ ਹੋ ਜਾਂਦੀ ਹੈ। ਇਸ ਸਮੇਂ ਦੀ ਖਬਰ ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਬੇਅਦਬੀ ਦਾ ਜੋ ਮੁਲਜ਼ਮ ਸੀ ਉਸ ਨੂੰ ਉੱਥੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਦੀ ਕੋਸ਼ਿਸ਼ ਜਿਸ ਸ਼ਖਸ ਦੇ ਵੱਲੋਂ ਕੀਤੀ ਗਈ ਸੀ ਉਸ ਸ਼ਖਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉੱਥੇ ਹੀ ਭੀੜ ਦੇ ਵੱਲੋਂ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਜਾ ਪਹੁੰਚਿਆ ਸੀ ਜਿੱਥੇ ਪ੍ਰਕਾਸ਼ ਹੋਇਆ ਸੀ, ਉਸ ਵਾਲੀ ਥਾਂ ਉੱਤੇ ਜਾ ਪਹੁੰਚਿਆ ਸੀ ਇਹ ਮੁਲਜ਼ਮ ਤੇ ਹੁਣ ਐਸਜੀਪੀਸੀ ਦੀ ਟਾਸਕ ਫੋਰਸ ਨੇ ਕਾਬੂ ਕਰ ਲਿਆ ਸੀ। ਪਰ ਇਹ ਪੂਰਾ ਘਟਨਾਕ੍ਰਮ ਲਾਜ਼ਮੀ ਤੌਰ ਤੇ ਬਹੁਤ ਮੰਦਭਾਗਾ ਹੈ ਜਿਸ ਤਰੀਕੇ ਨਾਲ ਇਹ ਪੂਰੀ ਘਟਨਾ ਵਾਪਰੀ ਹੈ। ਤੇ ਤੁਹਾਨੂੰ ਦੱਸ ਦਈਏ ਕਿ ਜੋ ਇਸ ਸਮੇਂ ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਬੇਅਦਬੀ ਦਾ ਮੁਲਜ਼ਮ ਜੋ ਸੀ ਜਿਸ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ, ਜੋ ਦਰਬਾਰ ਸਾਹਿਬ ਦੇ ਵਿੱਚ ਅੰਦਰ ਪਹੁੰਚ ਗਿਆ ਜਿੱਥੇ ਪ੍ਰਕਾਸ਼ ਹੋ ਰੱਖਿਆ ਗੁਰੂ ਗ੍ਰੰਥ ਸਾਹਿਬ ਜੀ ਦਾ, ਉਸ ਵਾਲੀ ਥਾਂ ਦੇ ਨੇੜੇ ਪਹੁੰਚ ਗਿਆ ਤੇ ਉਸ ਸ਼ਖਸ ਨੂੰ ਭੀੜ ਦੇ ਵੱਲੋਂ ਉਸ ਦੇ ਨਾਲ ਕੁੱਟਮਾਰ ਕੀਤੀ ਗਈ, ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਸਮੇਂ ਸਾਨੂੰ ਜਾਣਕਾਰੀ ਮਿਲ ਰਹੀ ਹੈ। ਮੈਂ ਕੋਸ਼ਿਸ਼ ਕਰਦਾ ਹੋਰ ਇਨਫੋਰਮੇਸ਼ਨ ਆਪਣੇ ਦਰਸ਼ਕਾਂ ਤੱਕ ਅਸੀਂ ਪਹੁੰਚਾ ਸਕੀਏ। ਅਮਿਤ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚਣੀ ਹੋਏਗੀ। ਕੀ ਜਾਣਕਾਰੀ ਹੈ ਕਿਉਂਕਿ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਉਸ ਨੂੰ ਮਾਰ ਦਿੱਤਾ ਗਿਆ, ਇਹ ਜਾਣਕਾਰੀ ਆ ਰਹੀ ਹੈ ਇਸ ਸਮੇਂ।
जी बिल्कुल, ਜਿਹੜੇ ਕਿ ਭੀੜ ਦਾ ਗੁੱਸਾ ਕਾਫੀ ਗੌਰਵ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਦੋਂ ਬੇਅਦਬੀ ਦੀ ਘਟਨਾ, ਕਿਉਂਕਿ ਅੱਗੇ ਵੀ ਪੰਜਾਬ ਜਿਹੜਾ ਕਿ ਇਸ ਘਟਨਾਵਾਂ ਤੋਂ ਹਾਲੇ ਤੱਕ ਉੱਭਰ ਨਹੀਂ ਪਾਇਆ ਹੈ, ਹਾਲਾਂਕਿ ਉਸ ਦਾ ਹਾਲੇ ਕਿ ਸਿੱਖਾਂ ਨੂੰ ਜਿਹੜਾ ਕਿ ਆਮ ਲੋਕਾਂ ਨੂੰ ਇਨਸਾਫ ਵੀ ਨਹੀਂ ਮਿਲ ਪਾਇਆ ਹੈ, ਜਿਸ ਤੋਂ ਕਾਫੀ ਨਾਰਾਜ਼ ਵੀ ਨਜ਼ਰ ਆ ਰਹੇ ਸੀ। ਲੇਕਿਨ ਹੁਣ ਇੱਕ ਵਾਰੀ ਫੇਰ ਜਿਹੜੀ ਕਿ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਸ ਵੇਲੇ ਭੀੜ ਵੱਲੋਂ, ਹਾਲਾਂਕਿ ਐਸਜੀਪੀਸੀ ਦੁਆਰਾ ਜਦੋਂ ਯੁਵਕ ਨੂੰ ਫੜਿਆ ਗਿਆ ਤਾਂ ਭੀੜ ਦਾ ਗੁੱਸਾ ਕਾਫੀ ਉਸ ਵੇਲੇ ਨਜ਼ਰ ਆ ਰਿਹਾ ਸੀ, ਰੋਸ਼ ਕਾਫੀ ਨਜ਼ਰ ਆ ਰਿਹਾ ਸੀ। ਜਿੰਨੇ ਸਿੱਖ ਸੰਗਠਨਾਂ ਨੂੰ ਇਸ ਬਾਰੇ ਪਤਾ ਲੱਗਾ, ਉਹਨਾਂ ਦਾ ਇੱਕ ਵੱਡਾ ਕਾਫਲਾ ਜਿਹੜਾ ਕਿ ਐਸਜੀਪੀਸੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਜ਼ਰੂਰ ਖੜਾ ਹੋਇਆ ਅਤੇ ਉਹਨਾਂ ਦਾ ਰੋਸ਼ ਵੇਖ ਕੇ ਹੀ ਲੱਗ ਰਿਹਾ ਸੀ ਕਿ ਉਹਨਾਂ ਦਾ ਗੁੱਸਾ ਕਾਫੀ, ਕਿਉਂਕਿ ਮਾਹੌਲ ਖਰਾਬ ਵੀ ਹੋ ਸਕਦਾ ਸੀ। ਸੋ ਇੱਕ ਭੀੜ ਵੱਲੋਂ ਜਿਹੜੇ ਕਿ ਯੁਵਕ ਨੂੰ ਜਿਹਨੂੰ ਕਿ ਫੜਿਆ ਗਿਆ ਸੀ, ਹਾਲਾਂਕਿ ਉਸ ਦਾ ਹੈ ਲੇਕਿਨ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਕਿ ਦਫ਼ਤਰ ਐਸਜੀਪੀਸੀ ਦਾ ਹੈ ਉਸ ਤੋਂ ਉਸ ਨੂੰ ਬਾਹਰ ਲਿਆਂਦਾ ਗਿਆ ਹੈ। ਅਮਿਤ, ਤੁਹਾਡੀ ਥੋੜੀ ਆਵਾਜ਼ ਇਸ ਸਮੇਂ ਨੈਟਵਰਕ ਦੇ ਵਿੱਚ ਇਸ਼ੂ ਲੱਗ ਰਿਹਾ ਹੈ, ਦੱਸੋ ਇਸ ਸਮੇਂ ਮਾਹੌਲ ਕੀ ਹੈ ਉੱਥੇ? ਠੀਕ ਹੈ, ਮੈਂ ਦੁਬਾਰਾ ਕੋਸ਼ਿਸ਼ ਕਰਦਾ ਕਿ ਇੱਕ ਵਾਰ ਫਿਰ ਤੋਂ ਦੁਬਾਰਾ ਅਸੀਂ ਆਪਣੇ ਸਹਿਯੋਗੀਆਂ ਦੇ ਨਾਲ ਜੁੜ ਸਕੀਏ, ਅੰਮ੍ਰਿਤਸਰ ਤੋਂ ਪੂਰਾ ਅਪਡੇਟ ਲੈ ਸਕੀਏ। ਕੁਝ ਹੀ ਪਲਾਂ ਦੇ ਵਿੱਚ ਲਾਈਵ ਤਸਵੀਰਾਂ ਲੈ ਕੇ ਹਾਜ਼ਰ ਹੋਣਗੇ ਸਾਡੇ ਸਹਿਯੋਗੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿੱਥੇ ਪ੍ਰਕਾਸ਼ ਹੋਇਆ ਉੱਥੇ ਜਾ ਪਹੁੰਚਿਆ ਸੀ। ਇਹ ਸ਼ਖਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਸਮੇਂ ਸਾਡੇ ਸਹਿਯੋਗੀ ਪੀਐਸ ਬਰਿਆਣਾ ਸਾਡੇ ਨਾਲ ਜੁੜ ਰਹੇ ਨੇ। ਮੈਂ ਉਹਨਾਂ ਦਾ ਰੁਖ ਕਰਦਾ ਜਾਣਨਾ ਚਾਹਾਂਗੇ ਤੁਹਾਡੇ ਕੋਲ ਕੀ ਕੁਝ ਜਾਣਕਾਰੀ ਹੈ ਇਸ ਸਮੇਂ। ਬਰਿਆਣਾ ਜੀ, ਜੋ ਐਸਜੀਪੀਸੀ ਇਸ ਪੂਰੇ ਮਾਮਲੇ 'ਚ ਕੀ ਕਹਿ ਰਹੀ ਹੈ? ਦੇਖੋ, ਜਿਹੜੀ ਪੌਣੇ 6 ਵਜੇ ਇਹ ਘਟਨਾ ਵਾਪਰੀ ਆ, ਉਹਦੇ ਸਬੰਧ ਦੇ ਵਿੱਚ ਹਲੇ 5 ਮਿੰਟ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਕਨਫਰਮ ਕੀਤਾ ਕਿ ਉਸ ਬੇਅਦਬੀ ਕਰਨੇ ਵਾਲੇ ਸ਼ਖਸ ਦੀ ਜਿਹੜੀ ਆ ਮੌਤ ਹੋ ਗਈ ਆ। ਉਹਨੂੰ ਉੱਥੇ ਜਿਹੜੇ ਲੋਕ ਸੀਗੇ ਉਹਨਾਂ ਨੇ ਹੀ ਉੱਥੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਕਿਉਂਕਿ ਉਸ ਤੋਂ ਬਾਅਦ ਜਦੋਂ ਇਹ ਸ਼ਖਸ ਅੰਦਰ ਦਾਖਲ ਹੁੰਦਾ ਆ ਉਸ ਜਗ੍ਹਾ ਦੇ ਉੱਤੇ ਜਿੱਥੇ ਰੁਮਾਲਾ ਸਾਹਿਬ ਪਿਆ ਹੁੰਦਾ ਦਰਬਾਰ ਸਾਹਿਬ ਦੇ ਬਿਲਕੁਲ ਅੰਦਰ, ਰੇਲਿੰਗ ਟੱਪ ਕੇ ਉਹ ਅੰਦਰ ਜਦੋਂ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਉਹਨੂੰ ਫੜ ਕੇ ਬਾਹਰ ਲਿਜਾਂਦਾ ਤੇ ਉੱਥੇ ਜਿਹੜੀ ਮੌਕੇ ਤੇ ਮੌਜੂਦ ਜਿਹੜੀ ਸੰਗਤ ਸੀ ਉਹ ਉਹਨੂੰ ਬਾਹਰ ਲੈ ਜਾਂਦੀ ਆ ਤੇ ਬਾਹਰ ਜਾ ਕੇ ਹੀ ਉਹ ਇਸ ਗੱਲ ਨੂੰ ਜਿਹੜਾ ਬਰਦਾਸ਼ਤ ਨਹੀਂ ਕਰ ਸਕੀ ਸੰਗਤ, ਤੇ ਉਹਨਾਂ ਨੇ ਉਸੇ ਵੇਲੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜੀ, ਐਸਜੀਪੀਸੀ ਇਸ ਪੂਰੇ ਮਾਮਲੇ ਨੂੰ ਕਿਵੇਂ ਦੇਖ ਰਹੀ ਹੈ? ਕੋਈ ਜਿਹੜੇ ਪ੍ਰਧਾਨ ਨੇ ਜਿਨ੍ਹਾਂ ਨਾਲ ਤੁਹਾਡੀ ਗੱਲਬਾਤ ਹੋਈ ਕਿ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ, ਤੇ ਦੂਜਾ ਕਿਉਂਕਿ ਕੁਝ ਲੀਡਰ ਵੀ ਸਾਡੇ ਨਾਲ ਜੁੜੇ ਸੀ, ਉਹ ਜ਼ਿਕਰ ਕਰ ਰਹੇ ਸੀਗੇ ਇਸ ਦੇ ਪਿੱਛੇ ਬਹੁਤ ਵੱਡੀ ਕੋਈ ਸਾਜ਼ਿਸ਼ ਹੈ, ਉਹ ਬੇਨਕਾਬ ਹੋਣੀ ਚਾਹੀਦੀ ਹੈ। ਐਸਜੀਪੀਸੀ ਦੇ ਪ੍ਰਧਾਨ ਕੀ ਕਹਿ ਰਹੇ ਨੇ? ਦੇਖੋ, ਕਿਉਂਕਿ ਮੈਂ ਇਸੇ ਸੰਬੰਧ ਦੇ ਵਿੱਚ ਉਹਨਾਂ ਨਾਲ ਸੰਪਰਕ ਕੀਤਾ ਸੀਗਾ ਕਿ ਇਸ ਸ਼ਖਸ ਦੀ ਆਇਡੈਂਟੀਫਿਕੇਸ਼ਨ ਹੋ ਸਕੇ ਕਿ ਜਿਹੜਾ ਉੱਥੇ ਜਿਸ ਨੇ ਬੇਅਦਬੀ ਕੀਤੀ ਆ ਕਿ ਉਸ ਬੰਦੇ ਦੀ ਆਇਡੈਂਟੀਫਿਕੇਸ਼ਨ ਕੀ ਆ, ਉਹ ਕੌਣ ਆ, ਕਿੱਥੇ ਦਾ ਰਹਿਣੇ ਵਾਲਾ ਆ। ਲੇਕਿਨ ਉਹਨਾਂ ਨੇ ਮੈਨੂੰ ਇਹ ਗੱਲ ਕਨਫਰਮ ਕਰ ਦਿੱਤੀ ਕਿ ਉਸ ਦੀ ਮੌਤ ਹੋ ਚੁੱਕੀ ਆ। ਉੱਥੇ ਜਿਹੜਾ ਆ ਸੰਗਤ ਨੇ ਜਿਹੜਾ ਆ ਉਹਨੂੰ ਜਿਹੜਾ ਆ ਉੱਥੇ ਮੌਤ ਦੇ ਘਾਟ ਉਤਾਰ ਦਿੱਤਾ ਜਿਹੜਾ, ਕਿਉਂਕਿ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਆ ਕਿ ਉਹਦੀ ਆਇਡੈਂਟੀਫਿਕੇਸ਼ਨ ਹਲੇ ਐਸਜੀਪੀਸੀ ਦੇ ਕੋਲ ਨਹੀਂ ਆ। ਪੁਲਿਸ ਜਿਹੜੀ ਆ ਉਹ ਪਤਾ ਲਗਾ ਰਹੀ ਆ ਕਿ ਜਿਹੜੇ ਉਹਦੇ ਕੋਲ ਜਿਹੜੀਆਂ ਕੋਈ ਆਇਡੈਂਟੀਫਿਕੇਸ਼ਨ ਦੀ ਜਾਂ ਕੋਈ ਲਾਇਸੈਂਸ ਜਾਂ ਆਧਾਰ ਕਾਰਡ ਜਾਂ ਕੋਈ ਵੀ ਉਹਦੇ ਕੋਲ ਜਿਹੜੀ ਚੀਜ਼ ਆ ਉਸ ਤੋਂ ਕੋਸ਼ਿਸ਼ ਕਰ ਰਹੀ ਆ ਕਿ ਉਹਦੀ ਆਇਡੈਂਟੀਫਿਕੇਸ਼ਨ ਜਿਹੜੀ ਆ ਪਤਾ ਲੱਗ ਸਕੇ, ਕਿਉਂਕਿ ਫਿਲਹਾਲ ਇਹ ਜਿਹੜਾ ਕੇਸ, ਕਿਉਂਕਿ ਉਹਦੀ ਮੌਤ ਹੋ ਗਈ ਆ ਤੇ ਇਹ ਹੁਣ ਇਸ ਸਾਰੇ ਕੇਸ ਨੂੰ ਅੰਮ੍ਰਿਤਸਰ ਜਿਹੜੀ ਆ ਪੁਲਿਸ ਜਿਹੜੀ ਆ ਉਹ ਇਹਦੀ ਜਾਂਚ ਦੇ ਵਿੱਚ ਜੁਟ ਗਈ ਆ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਆ। ਲੇਕਿਨ ਐਸਜੀਪੀਸੀ ਦਾ ਸਾਫ਼ ਕਹਿਣਾ ਹੈ ਕਿ ਬਹੁਤ ਵੱਡੀ ਘਟਨਾ ਆ। ਇਸ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਵਿੱਚ ਖਾਸ ਕਰਕੇ ਜਿੰਨੀ ਕਹਿ ਸਕਦੇ ਆ ਕਿ ਪਿਛਲੇ ਕਈ 100 ਸਾਲਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਜਿਹੜੀ ਨਹੀਂ ਵਾਪਰੀ ਕਿ ਕੋਈ ਅੰਦਰ ਜਾ ਕੇ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਕੋਈ ਸ਼ਖਸ ਇਸ ਤਰ੍ਹਾਂ ਜਿਹੜਾ ਰੇਲਿੰਗ ਟੱਪ ਕੇ ਉਸ ਜਗ੍ਹਾ ਤੇ ਚਲ ਜਾਏ। ਤੇ ਕਿਉਂਕਿ ਹਾਲਾਂਕਿ ਉੱਥੇ ਸੇਵਾਦਾਰ ਮੌਜੂਦ ਹੁੰਦੇ ਨੇ ਪਰ ਫਿਰ ਵੀ ਉਹ ਕਿਸੇ ਤਰੀਕੇ ਨਾਲ, ਕਿਉਂਕਿ ਜਿਸ ਸਮੇਂ ਇਹ ਘਟਨਾ ਵਾਪਰੀ ਆ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਟਾਈਮ ਜਿਹੜਾ ਉਦੋਂ ਰਹਿਰਾਸ ਸਾਹਿਬ ਦਾ ਪਾਠ ਹੋ ਰਿਹਾ ਸੀ, ਉਸ ਵੇਲੇ ਆਮ ਤੌਰ ਤੇ ਸੰਗਤ ਵੀ ਜ਼ਿਆਦਾ ਹੁੰਦੀ ਆ ਤੇ ਉਸ ਭੀੜ ਦੇ ਵਿੱਚ ਸੇਵਾਦਾਰ ਦੇ ਕੰਟਰੋਲ ਕਰਨ ਦੇ ਬਾਵਜੂਦ ਵੀ ਉਹ ਜਿਹੜਾ ਸ਼ਖਸ ਜਿਹੜਾ ਉਹ ਅੰਦਰ ਚਲੇ ਜਾਂਦਾ। ਲੇਕਿਨ ਉਸ ਤੋਂ ਬਾਅਦ ਜਦੋਂ ਉਹਨੂੰ ਫੜ ਕੇ ਬਾਹਰ ਲਿਜਾਇਆ ਗਿਆ ਤੇ
ਉਹਨੂੰ ਉੱਥੇ ਹੀ ਬਾਹਰ ਜਿਹੜੀ ਆ ਸੰਗਤ ਨੇ ਜਿਹੜਾ ਆ ਕੁੱਟ-ਕੁੱਟ ਕੇ ਜਿਹੜਾ ਆ ਉਹਨੂੰ ਮਾਰ ਦਿੱਤਾ। ਪਰ ਸਵਾਲ ਗੌਰਵ ਜੀ ਇਹ ਹੁੰਦਾ ਹੈ ਕਿ ਅਗਰ ਜੇ ਇਹ ਸ਼ਖਸ ਜਿਉਂਦਾ ਰਹਿੰਦਾ ਤੇ ਸ਼ਾਇਦ ਜਿਹੜੀ ਸ਼ੰਕੇ ਜ਼ਾਹਿਰ ਕਰ ਰਹੇ ਨੇ, ਜਿੱਦਾਂ ਮਨਜਿੰਦਰ ਸਿੰਘ ਸਿਰਸਾ ਹੋਣਾ ਨੇ ਸ਼ੰਕਾ ਜ਼ਾਹਿਰ ਕੀਤਾ ਕਿ ਇਹਦੀ ਕਿਸੇ ਨਾ ਕਿਸੇ ਏਜੰਸੀਆਂ ਦਾ ਇਹਦੇ ਪਿੱਛੇ ਹੱਥ ਹੋ ਸਕਦਾ ਹੈ ਜਾਂ ਇਹਦੇ ਪਿੱਛੇ ਕਿਸੇ ਦੀ ਸ਼ਰਾਰਤ ਹੋ ਸਕਦੀ ਹੈ, ਆਪਣੀ ਭਾਈਚਾਰਕ ਸਾਂਝ ਨੂੰ ਜਿਹੜਾ ਆ ਨੁਕਸਾਨ ਕਰਨ ਲਈ ਜਿਹੜਾ ਹੋ ਸਕਦਾ ਕਿ ਇੱਦਾਂ ਦੀ ਕੋਈ ਸਾਜ਼ਿਸ਼ ਰਚੀ ਗਈ ਹੋਵੇ। ਤੇ ਹੁਣ ਕਿਉਂਕਿ ਜੇ ਉਹ ਸ਼ਖਸ ਮਰ ਚੁੱਕਾ ਆ ਤੇ ਇਸ ਸਾਜ਼ਿਸ਼ ਦਾ ਜਿਹੜਾ ਭੇਦ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਪੁਲਿਸ ਵਾਸਤੇ ਬੜਾ ਔਖਾ ਹੋਵੇਗਾ। ਹਾਲਾਂਕਿ ਏਜੰਸੀਆਂ ਜਿਹੜੀਆਂ ਪੁਲਿਸ ਏਜੰਸੀ ਖਾਸ ਕਰਕੇ ਜਿਹੜੀ ਇਸ ਜਾਂਚ ਦੇ ਵਿੱਚ ਜੁਟੀ ਆ ਕਿ ਫਸਟ ਆਫ ਆਲ ਤਾਂ ਉਹਦੀ ਆਇਡੈਂਟੀਫਿਕੇਸ਼ਨ ਤੇ ਜਿਹੜੀ ਆ ਉਹ ਲੱਗੀ ਹੋਈ ਨਹੀਂ। ਔਰ ਦੂਸਰਾ ਇੱਕ ਜਿਹੜਾ ਹੋਰ ਮੈਂ ਦੱਸਣਾ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉੱਥੇ ਦਰਬਾਰ ਸਾਹਿਬ ਦੇ ਅੰਦਰ ਜਿਹੜਾ ਆ ਸਾਰੇ ਜਗ੍ਹਾ ਤੇ ਕੋਈ ਏਦਾਂ ਦੀ ਜਗ੍ਹਾ ਨਹੀਂ ਬਚਦੀ ਜਿੱਥੇ ਇਹਨਾਂ ਦੇ CCTV ਕੈਮਰੇ ਨਹੀਂ ਲੱਗੇ ਹੋਏ। ਔਰ ਬਕਾਇਦਾ ਤੌਰ ਤੇ ਟਾਸਕ ਫੋਰਸ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉਹ ਇਸ ਗੱਲ ਦੇ ਵਿੱਚ ਲੱਗੀ ਹੋਈ ਆ ਕਿ ਇਸ ਸ਼ਖਸ ਨੂੰ ਵੀ ਕਿਸ ਪਾਸਿਓਂ ਦੀ ਇਹ ਜਿਹੜਾ ਆ ਦਾਖਲ ਹੋਇਆ, ਕਿਉਂਕਿ ਘੱਟੋ ਘੱਟ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਜਿਹੜੇ ਕੈਮਰੇ ਲੱਗੇ ਹੋਏ ਨੇ ਦਰਬਾਰ ਸਾਹਿਬ ਪਰਿਕਰਮਾ ਤੇ, ਖਾਸ ਕਰਕੇ ਬਾਹਰ ਗਲਿਆਰੇ ਦੇ ਵਿੱਚ ਵੀ ਲੱਗੇ ਹੋਏ ਨੇ। ਤੇ ਇਹ ਜਾਣਨ ਦੀ ਕੋਸ਼ਿਸ਼ ਕਰਨਗੇ ਕਿ ਆਖਰ ਉਹ ਜਿਹੜਾ ਆ ਕਿਸ ਪਾਸਿਓਂ ਦੀ ਕਿਸ ਤਰੀਕੇ ਨਾਲ ਉਹ ਉੱਥੇ ਦਰਬਾਰ ਸਾਹਿਬ ਪਰਿਕਰਮਾ ਦੇ ਵਿੱਚ ਸ਼ਾਮਲ ਹੁੰਦਾ ਹੈ। ਜੀ ਸ਼ੁਕਰੀਆ ਬਰਿਆਣਾ ਜੀ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਪਡੇਟ ਸਹੀ ਸਟੀਕ ਜਾਣਕਾਰੀ ਪਹੁੰਚਾ ਸਕੀਏ। ਹੁਣ ਤੱਕ ਦਾ ਤੁਹਾਨੂੰ ਪੂਰਾ ਘਟਨਾਕ੍ਰਮ ਦੱਸਦਾ। ਇਸ ਵਿਚਾਲੇ ਸਾਡੇ ਸਹਿਯੋਗੀ ਰਾਜੀਵ ਸਾਡੇ ਨਾਲ ਲਾਈਵ ਵੀ ਜੁੜ ਚੁੱਕੇ ਨੇ, ਮੈਂ ਉਹਨਾਂ ਦਾ ਰੁਖ ਕਰਾਂਗਾ। ਕਰੀਬ 5:45 ਵਜੇ ਇਹ ਘਟਨਾ ਵਾਪਰੀ ਹੈ ਦਰਬਾਰ ਸਾਹਿਬ ਦੇ ਵਿੱਚ। ਮੱਥਾ ਟੇਕਣ ਲਈ ਜੋ ਸੰਗਤ ਜਾਂਦੀ ਹੈ ਉਸ ਦੇ ਵਿੱਚ ਇੱਕ ਸ਼ਖਸ ਜਾਂਦਾ ਅੰਦਰ ਤੇ ਉਹ ਛਾਲ ਮਾਰ ਕੇ 1 ਲੱਖ ਤੱਕ ਪਹੁੰਚ ਜਾਂਦਾ, 1 ਲੱਖ ਪਹੁੰਚ ਜਾਂਦਾ ਹੈ ਜਿੱਥੇ ਪ੍ਰਕਾਸ਼ ਹੋ ਰੱਖਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਉਸ ਵਾਲੀ ਥਾਂ ਦੇ ਹੋਏ ਨੇੜੇ ਪਹੁੰਚ ਜਾਂਦਾ। ਉਸ ਦੀਆਂ ਤਸਵੀਰਾਂ ਵੀ ਕੁਝ ਆਈਆਂ ਨੇ ਸਾਹਮਣੇ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਉਸ ਤੋਂ ਬਾਅਦ ਭੀੜ ਦੇ ਵੱਲੋਂ ਉਸ ਸ਼ਖਸ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਤੇ SGPC ਦੇ ਪ੍ਰਧਾਨ ਨੇ ਇਸ ਦੀ ਤਸਦੀਕ ਕਰ ਦਿੱਤੀ ਹੈ ਕਿ ਉਸ ਸ਼ਖਸ ਦੀ ਮੌਤ ਹੋ ਚੁੱਕੀ ਹੈ। ਮੈਂ ਰੁਕ ਕਰਦਾ ਰਾਜੀਵ ਸਾਡੇ ਸਹਿਯੋਗੀ ਸਾਡੇ ਨਾਲ ਨੇ। ਰਾਜੀਵ, ਕੀ ਕੁਝ ਅਪਡੇਟ ਇਸ ਸਮੇਂ ਤੁਹਾਡੇ ਕੋਲ? जी हाँ बिल्कुल, जो हुण कुछ देर पहला जानकारी मिली कि जिस शख्स वालों ये बेअदबी की गई उसनूं मौत के घाट उतार दिता गया। पर गुस्सा पूरी संगत दे विच, क्योंकि जो लाइव तस्वीरां जिथों तक भी पहुंचियां तो मनां नूं ठेस जरूर पहुंची। इस वेले असीं SGPC दफ्तर के बाहर जिथे तुसीं देख सकते हो कि वड्डी तादाद दे विच सिख जथेबंदियां और जो निहंग जथेबंदियां ने वो पहुंचियां होईयां ने और एक गुस्सा जाहिर किया जा रहा, क्योंकि बहुत वड्डी गल है कि सचखंड हरमंदर साहिब के अंदर एक शख्स इस तरीके दे नाल दाखिल हुंदा और बेअदबी जिहड़ी है उस वल्लों कीती जांदी। तुसीं देखो कि इत्थे जो है SGPC के दफ्तर के बाहर वड्डी इकत्तरता जिहड़ी इस वेले हो रही है। हालांकि उस शख्स नूं जो है वो मार दिता गया, पर नाराजगी इस वेले तुसीं देखो जो पुलिस के अधिकारी ने वो भी मौके ते पहुंच के जो जथेबंदियां दे आगू ने उन्हां दे नाल उन्हां वल्लों गलबात की जा रही है, समझाउण दी कोशिश की जा रही है। पर जिहड़ी सब तो अहम जानकारी ये है कि जिस शख्स वल्लों ये जो मंदभागी घटना नूं अंजाम दिता गया उसनूं मौत दे घाट उतार दिता गया, क्योंकि संगत दे विच काफ़ी रोस सी। इस वेले अमृतसर के DCP तुसीं देख सकते हो कि वो SGPC के दफ्तर तो बाहर निकले ने और जथेबंदियां दे जिहड़े आगू ने वो लगातार इत्थे अपना रोस जता रहे हैं। और इस वेले जो DCP दे नाल उन्हां वल्लों गलबात की जा रही है तां उन्हां दे नाल भी असीं गलबात करांगे कि आखिरकार पुलिस अधिकारियों का इस मामले ते की कहना है। पर फिलहाल जथेबंदियां दे आगूआं दे नाल असीं गलबात करन दी कोशिश करदे। SGPC का जो मुख दफ्तर है तेजा सिंह समुंदरी हाल उसके ठीक बाहर जथेबंदियां दे आगू इस वेले इकत्तर होए ने। उन्हां तो असीं जानन दी कोशिश करदे हां कि जो कार्रवाई हुण तक की गई है उस तो वो संतुष्ट ने या फिर उन्हां दा की कहना है। परमजीत अकाली इत्थे गलबात कर रहे ने, असीं उन्हां दे नाल भी गलबात करके जानन दी कोशिश करदे हां कि की कहना करके साडे गुरु दी बेअदबी जिहड़ी आ ਉਹ ਏਡੇ ਵੱਡੇ ਪੱਧਰ ਤੇ ਹੋ ਰਹੀ ਆ। ਤਾਂ ਹੋਰ ਜਿਹੜੇ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਕੇ ਜਾਣਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ। ਹਾਂਜੀ ਬੀਬੀ ਜੀ, ਜੋ ਇੱਥੇ ਪੂਰੀ ਜਿਹੜੀ ਮੰਦਭਾਗੀ ਘਟਨਾ ਵਾਪਰੀ, ਹਾਲਾਂਕਿ ਇਹ ਕਿਹਾ ਜਾ ਰਿਹਾ ਕਿ ਉਸ ਨੂੰ ਸ਼ਖਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਤੁਹਾਡਾ ਕੀ ਕਹਿਣਾ ਹੈ? ਮੌਤ ਦੇ ਘਾਟ ਉਤਾਰਨਾ ਚਾਹੀਦਾ ਸੀ। ਅੱਗੇ ਵੀ ਸਿੰਘੂ ਬਾਰਡਰ ਤੇ ਇਹੋ ਜਿਹੀ ਬੇਅਦਬੀ ਹੋਈ ਸੀ ਨਾ, ਉੱਥੇ ਵੀ ਦੁਸ਼ਟ ਨੂੰ ਸੋਧਾ ਲਾਇਆ ਗਿਆ। ਹੁਣ ਵੀ ਜਿਹੜਾ ਸੋਧਾ ਲੱਗਿਆ ਬਹੁਤ ਚੰਗਾ ਹੋਇਆ।
ਅਸੀਂ ਪਹੁੰਚ ਰਹੇ ਸੀ ਲੇਟ ਹੋ ਗਏ ਰਸਤੇ ਦੇ ਵਿੱਚ ਨਹੀਂ ਸੇਵਾ ਸੀ ਇਸ ਵੇਲੇ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਜਦੋਂ ਤੁਸੀਂ ਕਿਹਾ ਸੀ ਕਿ ਜੇ ਭਵਿੱਖ ਦੇ ਵਿੱਚ ਕੋਈ ਐਸੀ ਬੇਅਦਬੀ ਹੋਏਗੀ ਤਾਂ ਤੁਹਾਨੂੰ ਜ਼ਿੰਮੇਵਾਰੀ ਜਿਹੜੇ ਬਾਬਾ ਨਰੈਣ ਸਿੰਘ ਜੀ ਸੌਂਪ ਕੇ ਗਏ ਨੇ। ਹਾਂਜੀ, ਇਸੇ ਕਰਕੇ ਅਸੀਂ ਆਏ ਆ ਵੀ ਉਹ ਦੁਸ਼ਟ ਨੂੰ ਸੌਦਾ ਅਸੀਂ ਆਪ ਲਾਉਣਾ ਸੀ। ਜੇ ਅਜੇ ਵੀ ਉਹ ਜਿੰਦਾਗਾ ਸਾਡੇ ਸਾਹਮਣੇ ਆਵੇ ਅਸੀਂ ਉਸ ਨੂੰ ਸੌਦਾ ਲਾਵਾਂਗੇ। ਜੀ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਠੀਕ ਹੈ ਰਾਜੀਵ, ਮੈਂ ਤੁਹਾਡੇ ਕੋਲ ਵਾਪਸ ਆਉਣਾ ਹੈ। ਅਸੀਂ ਥੋੜੀ ਹੋਰ ਡਿਟੇਲ ਲੈਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪੂਰਾ ਘਟਨਾਕ੍ਰਮ ਵਾਪਰਿਆ ਕੀ ਹੈ। ਸਾਡੇ ਨਾਲ ਇਸ ਸਮੇਂ ਗੁਰਚਰਨ ਗਰੇਵਾਲ ਜੀ ਜੁੜ ਰਹੇ ਨੇ, ਐਸਜੀਪੀਸੀ ਦੇ ਮੈਂਬਰ ਨੇ। ਗਰੇਵਾਲ ਸਾਹਿਬ, ਕੀ ਕੁਝ ਤੁਹਾਡੇ ਕੋਲ ਪੂਰੀ ਜਾਣਕਾਰੀ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ? ਗੌਰਵ ਜੀ, ਜਾਣਕਾਰੀ ਜਿਹੜੀ ਤੁਹਾਡੇ ਕੋਲ ਪਹੁੰਚੀ ਆ ਬਿਲਕੁਲ ਇਹ ਜਾਣਕਾਰੀ ਆ। ਮੈਂ ਇਹਦੇ ਵਿੱਚ ਇੱਕ ਗੱਲ ਹੋਰ ਐਡ ਕਰਨੀ ਚਾਹਣਾ, ਸ਼ਾਇਦ ਤੁਸੀਂ ਬੜੇ ਗੌਰ ਨਾਲ ਵੇਖੋ ਕਿ ਇੱਕ ਤਾਂ ਬਹੁਤ ਵੱਡੀ ਇੱਕ ਸਾਜ਼ਿਸ਼ ਹੈ, ਬੜੀ ਉਸ ਬੰਦੇ ਦੀ ਫੁਰਤੀ ਹੈ ਤੇ ਉਹ ਬੰਦੇ ਨੇ ਜਿਹੜੀ ਤੁਸੀਂ ਗੱਲ ਗੌਰ ਨਾਲ ਵੇਖੋ ਕਿ ਜਿਹੜੀ ਕਿਰਪਾਨ ਸੀਗੀ ਸਾਹਮਣੇ ਪਈ ਜੀ, ਉਹ ਉਹਨੇ ਆਉਂਦਿਆਂ ਪੈਂਦਿਆਂ ਹੀ ਕਿਰਪਾਨ ਚੁੱਕੀ ਆ ਉਹਨੇ। ਤੇ ਜੇ ਜਿਹੜੇ ਟਾਸਕ ਫੋਰਸ ਦੇ ਜਿਹੜੇ ਉੱਥੇ ਬੈਠੇ ਸੀਗੇ ਸਾਡੇ ਮੁਲਾਜ਼ਮ, ਜੇ ਉਹ ਇਸ ਗੱਲ ਦੀ ਫੁਰਤੀ ਨਾ ਦਿਖਾਉਂਦੇ ਤੇ ਉਹ ਕਿਸੇ ਤਰ੍ਹਾਂ ਦੀ ਕੋਈ ਮੰਦਭਾਗੀ ਘਟਨਾ ਵੀ ਵਾਪਰ ਸਕਦੀ ਸੀ, ਕਿਉਂਕਿ ਜਿਹੜੀ ਉਹਨੇ ਕਿਰਪਾਨ ਚੁੱਕਣ ਦਾ ਕਾਰਨ ਹੈ ਜਿਹੜਾ ਉਹ ਇਹ ਗੱਲ ਦਿਖਾਈ ਦੇ ਰਿਹਾ ਕਿ ਉਹ ਬੜੀ ਮਾੜੀ ਇੱਕ ਮਨਸ਼ਾ ਦੇ ਨਾਲ ਇੱਥੇ ਅੰਦਰ ਵੜਿਆ ਸੀ। ਸੋ ਇਹ ਗੱਲ ਜਿਹੜੀ ਆ ਬਹੁਤ ਮਾੜੀ ਆ, ਬੜੀ ਪਿੱਛੇ ਸਾਜ਼ਿਸ਼ ਹੈ। ਭਾਵੇਂ ਕਿ ਇਹ ਗੱਲ ਹਾਲ ਦੀ ਘੜੀਓਂ ਲੱਗ ਰਿਹਾ ਕਿ ਇਹਦੇ ਵਿੱਚ ਉਹ ਬੰਦਾ ਮਰ ਗਿਆ ਜਿਹੜਾ ਵਾ, ਕਿਉਂਕਿ ਜਿਹੜੀ ਸੰਗਤ ਆ ਉਹਦੇ ਵਿੱਚ ਬਹੁਤ ਬੜਾ ਰੋਸ ਆ ਤੇ ਇਹ ਗੱਲ ਕਨਫਰਮ ਹੋ ਚੁੱਕੀ ਹੈ ਕਿ ਉਹ ਮਰ ਚੁੱਕਿਆ। ਤੇ ਇਹ ਵੀ ਪਤਾ ਲੱਗਾ ਕਿ ਉਹ ਪੰਜਾਬ ਤੋਂ ਬਾਹਰ ਦਾ ਕੋਈ ਪ੍ਰਵਾਸੀ ਲੱਗਦਾ ਹੈ। ਸੋ ਇਹ ਗੱਲ ਨੂੰ ਹੁਣ ਪੁਲਿਸ ਜਿਹੜੀ ਆ ਕੀ ਘੋਖ ਕਰਦੀ ਆ, ਇਹਦਾ ਪਿੱਛਾ ਕਿੱਦਾਂ ਕਰਦੀ ਆ ਵੱਖਰੀ ਗੱਲ ਆ, ਪਰ ਇਹ ਘਟਨਾ ਬਹੁਤ ਮਾੜੀ ਸੀ। ਬਹੁਤ ਵੱਡੀਆਂ ਸਾਜ਼ਿਸ਼ਾਂ ਜਿਹੜੀਆਂ ਇਹ ਘੜੀਆਂ ਜਾ ਰਹੀਆਂ, ਇਹ ਮੈਂ ਸਮਝਦਾ ਕਿ ਇਸ ਦਾ ਜਿਹੜਾ ਅੰਜਾਮ ਤਾਂ ਚਲੋ ਚੰਗਾ ਹੀ ਹੋਇਆ ਜਿਹੜਾ ਕੁਝ ਹੋਇਆ, ਕਿਉਂਕਿ ਸੰਗਤ ਨੇ ਜੋ ਫੈਸਲਾ ਕੀਤਾ ਅਸੀਂ ਸੰਗਤ ਦੇ ਫੈਸਲੇ ਨੂੰ ਸਿਰ ਝੁਕਾਉਣੇ ਆ, ਚਾਹੇ ਇਸ ਨੂੰ ਆਪਣੇ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਗੱਲ ਕਹੀ ਜਾਵੇ ਜਾਂ ਕੁਝ ਵੀ ਕਹੀ ਜਾਵੇ, ਪਰ ਇਹ ਗੱਲ ਹੀ ਏਡੀ ਵੱਡੀ ਸੀ ਜਿਹੜੀ ਕਿ ਨਾ ਬਰਦਾਸ਼ਤ ਕਰਨਯੋਗ ਸੀ। ਸੰਗਤ ਨੇ ਉਸ ਦਾ ਜਿਹੜਾ ਸੀ ਆਪਣੇ ਤੌਰ ਤੇ ਇੱਕ ਫੈਸਲਾ ਸੁਣਾਇਆ। ਸੋ ਇਹ ਗੱਲ ਜਿਹੜੀ ਆ ਹੋਰ ਐਡ ਹੋਣ ਵਾਲੀ ਆ ਕਿ ਤੁਸੀਂ ਇਸ ਗੱਲ ਨੂੰ ਗੌਰ ਕਰੋ ਕਿ ਉਹ ਕਿਰਪਾਨ ਚੱਕਦਾ ਪੈਂਦਾ ਉੱਥੇ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਮਾਰੂ ਘਟਨਾ ਵੀ ਉਹ ਕਰ ਸਕਦਾ ਸੀ। ਸੋ ਪਰ ਉਹ ਅਸੀਂ ਇਸ ਗੱਲ ਦੀ ਦਾਦ ਵੀ ਦਿੰਦੇ ਹਾਂ, ਭਾਵੇਂ ਮੈਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਹਾਂ, ਤੇ ਪਰ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੇ ਜਿਹੜੀ ਤੁਰੰਤ ਜਿਹੜੀ ਇਸਨੂੰ ਫੜ ਕੇ ਜਿਹੜੀ ਇਹ ਕਾਰਵਾਈ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਤੋਂ ਕਿਸੇ ਵੀ ਢੰਗ ਨਾਲ ਜਾਂ ਕਿਸੇ ਦੇ ਕੋਈ ਜਾਨਲੇਵਾ ਵਾਰ ਹੋਣ ਤੋਂ ਜਿਹੜਾ ਬਚਾਇਆ, ਉਹ ਉਹਨਾਂ ਦਾ ਬਹੁਤ ਚੰਗਾ ਕਾਰਜ ਸੀਗਾ। ਅਸੀਂ ਉਹਨਾਂ ਦਾ ਇਸ ਗੱਲ ਤੇ ਜਿਵੇਂ ਕਹਿੰਦੇ ਹੁੰਦੇ ਆ ਉਹਨਾਂ ਦਾ ਸਨਮਾਨ ਵੀ ਕਰਾਂਗੇ ਜਿਨ੍ਹਾਂ ਮੁਲਾਜ਼ਮਾਂ ਨੇ ਇਹ ਸਾਰੀ ਗੱਲ ਨੂੰ ਤੁਰੰਤ ਜਿਹੜਾ ਵਾ ਉਹ ਕੀਤਾ। ਸ਼ੁਕਰੀਆ ਗਰੇਵਾਲ ਸਾਹਿਬ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਲਈ। ਤਾਂ ਪੂਰਾ ਘਟਨਾਕ੍ਰਮ ਜੋ ਵਾਪਰਿਆ 6:45 ਵਜੇ ਦੇ ਕਰੀਬ ਵਾਪਰਿਆ, ਜਿੱਥੇ ਇੱਕ ਸ਼ਖਸ ਦਰਬਾਰ ਸਾਹਿਬ ਦੇ ਵਿੱਚ ਗਿਆ ਮੱਥਾ ਟੇਕਣ ਦੇ ਲਈ ਤੇ ਉਸ ਤੋਂ ਬਾਅਦ ਉਹ ਦਰਬਾਰ ਸਾਹਿਬ ਦੇ ਵਿੱਚ ਉਸ ਥਾਂ ਦੇ ਉੱਤੇ ਪਹੁੰਚ ਗਿਆ ਜਿੱਥੇ ਪਹਿਲਾਂ ਸ਼ਸਤਰ ਪਏ ਹੁੰਦੇ ਨੇ ਤੇ ਉਸ ਤੋਂ ਬਾਅਦ ਪ੍ਰਕਾਸ਼ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦਾ। ਸੰਗਤ ਉੱਥੇ ਨਤਮਸਤਕ ਹੁੰਦੀ ਹੈ ਤੇ ਇਸ ਸ਼ਖਸ ਦੇ ਵੱਲੋਂ ਜਿਵੇਂ ਗੁਰਚਰਨ ਗਰੇਵਾਲ ਵੀ ਕਹਿ ਰਹੇ ਨੇ ਕਿ ਅੰਦਰ ਵੜਦੇ ਜਿੱਥੇ ਸ਼ਸਤਰ ਪਏ ਨੇ ਉੱਥੇ ਤਲਵਾਰ ਚੁੱਕੀ ਜਾਂਦੀ ਹੈ, ਸ਼ਮਸ਼ੀਰ ਚੁੱਕ ਲਈ ਗਈ। ਉਸ ਤੋਂ ਬਾਅਦ ਅੱਗੇ ਕੁਝ ਕਰ ਪਾਉਂਦਾ, ਉਸ ਤੋਂ ਪਹਿਲਾਂ ਹੀ ਟਾਸਕ ਫੋਰਸ ਦੇ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ ਤੇ ਉੱਥੋਂ ਲੈ ਗਏ। ਤਾਂ ਜੋ ਬੇਅਦਬੀ ਦੀ ਘਟਨਾ ਕਰਨ ਦੇ ਲਈ ਉਹ ਉੱਥੇ ਪਹੁੰਚਿਆ ਸੀ ਉਸ ਨੂੰ ਅੰਜਾਮ ਨਹੀਂ ਦੇ ਸਕਿਆ, ਪਰ ਜ਼ਰੂਰ ਉਸ ਥਾਂ ਦੇ ਉੱਤੇ ਪਹੁੰਚ ਗਿਆ ਆ ਜੋ ਉੱਥੇ ਸ਼ਸਤਰ ਪਏ ਸੀ, ਉਸ ਦੀ ਵੀ ਬੇਅਦਬੀ ਕਿਤੇ ਨਾ ਕਿਤੇ ਜ਼ਰੂਰ ਇਸ ਸ਼ਖਸ ਦੇ ਵੱਲੋਂ ਕਰ ਦਿੱਤੀ ਗਈ। ਉਸ ਤੋਂ ਬਾਅਦ ਭੀੜ ਦੇ ਵੱਲੋਂ ਉਸ ਸ਼ਖਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਸ ਸ਼ਖਸ ਦੀ ਮੌਤ ਹੋ ਗਈ ਹੈ, ਇਹ ਵੀ ਤਸਦੀਕ ਕਰ ਦਿੱਤਾ ਗਿਆ ਹੈ ਐਸਜੀਪੀਸੀ ਦੇ ਪ੍ਰਧਾਨ ਹੋਰਾਂ ਦੇ ਵੱਲੋਂ। ਮੈਂ ਇੱਕ ਵਾਰ ਫਿਰ ਤੋਂ ਰੁਕ ਕਰਦਾ ਅੰਮ੍ਰਿਤਸਰ ਦਾ, ਸਾਡੇ ਸਹਿਯੋਗੀ ਰਾਜੀਵ ਸ਼ਰਮਾ ਸਾਡੇ ਨਾਲ ਨੇ। ਰਾਜੀਵ, ਕੀ ਕੁਝ ਮਾਹੌਲ ਹੈ ਇਸ ਸਮੇਂ ਉੱਥੇ? ਪੂਰੀ ਘਟਨਾ ਵੀ ਇੱਕ ਵਾਰ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਇਹ ਕਿਵੇਂ ਕੀ ਕੁਝ ਵਾਪਰਿਆ ਉੱਥੇ। ਜੀ ਬਿਲਕੁਲ, ਮੈਂ ਦੱਸਣਾ ਚਾਹੁੰਦਾ ਕਿ ਰਹਿ ਰਾਸ ਦੇ ਵੇਲੇ ਜੋ ਹੈ ਇੱਕ ਸ਼ਖਸ ਜੰਗਲੇ ਟੱਪ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਉੱਥੇ ਦਾਖਲ ਹੁੰਦਾ, ਰਮਾਲਾ ਸਾਹਿਬ ਦੇ ਉੱਪਰ ਪੈਰ ਰੱਖਦਾ ਔਰ ਪੂਰੀ ਵੀਡੀਓ ਜਿਹੜੀ ਹੈ ਉਸ ਵੇਲੇ ਜਿਹੜਾ ਹਰ ਰੋਜ਼ ਸਿੱਧਾ ਪ੍ਰਸਾਰਣ ਗੁਰਬਾਣੀ ਦਾ ਕੀਤਾ ਜਾਂਦਾ ਉਸ ਦੇ ਵਿੱਚ ਉਹ ਵੀਡੀਓ ਨਜ਼ਰ ਆਉਂਦੀ ਹੈ। ਉਸ ਤੋਂ ਬਾਅਦ ਲਗਾਤਾਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਜਿਹੜੇ ਗ੍ਰੰਥੀ ਸਿੰਘ ਬੈਠੇ ਹੁੰਦੇ ਨੇ ਉਹ ਇੱਕਦਮ ਹਲਚਲ ਦੇ ਵਿੱਚ ਆਉਂਦੇ ਨੇ। ਤਾਂ ਜਦੋਂ ਇਹ ਤਸਵੀਰਾਂ ਦੁਨੀਆ ਭਰ ਦੇ ਸਿੱਖਾਂ ਨੇ ਜਾਂ ਫਿਰ ਨਾਨਕ ਨਾਮ ਲੇਵਾ ਸੰਗਤ ਜਾਂ ਜਿਹੜੀ ਵੀ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਤਾਂ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚੀ ਤਾਂ ਤੁਰੰਤ ਟਾਸਕ ਫੋਰਸ ਅਤੇ ਐਸਜੀਪੀਸੀ ਦੇ ਜਿਹੜੇ ਉਸ ਵੇਲੇ
ਜਿਹੜੇ ਮੁਲਾਜ਼ਮ ਜਾਂ ਸੇਵਾਦਾਰ ਮੌਜੂਦ ਸੀ ਤੁਰੰਤ ਉਸ ਨੂੰ ਕਾਬੂ ਕੀਤਾ ਗਿਆ। ਔਰ ਇਸ ਵੇਲੇ ਇਹ ਐਸਜੀਪੀਸੀ ਦਾ ਮੁੱਖ ਦਫ਼ਤਰ ਹੈ ਤੇਜਾ ਸਿੰਘ ਸਮੁੰਦਰੀ ਹਾਲਤ ਹੈ, ਇੱਥੇ ਉਹਨੂੰ ਲਿਆਂਦਾ ਗਿਆ। ਔਰ ਕੁਝ ਦੇਰ ਪਹਿਲਾਂ ਜੋ ਐਸਜੀਪੀਸੀ ਦੇ ਪ੍ਰਧਾਨ ਵੱਲੋਂ ਇਹ ਪੁਸ਼ਟੀ ਕੀਤੀ ਗਈ ਹੈ ਕਿ ਉਸ ਸ਼ਖਸ ਨੂੰ ਮਾਰ ਦਿੱਤਾ ਗਿਆ, ਉਸ ਦੀ ਮੌਤ ਹੋ ਚੁੱਕੀ ਹੈ। ਪਰ ਜਥੇਬੰਦੀਆਂ ਦੀ ਲਗਾਤਾਰ ਮੰਗ ਹੈ ਕਿ ਇਹਨਾਂ ਨੂੰ ਇਸ ਚੀਜ਼ ਦੀ ਪੁਖਤਾ ਜਾਣਕਾਰੀ ਦਿੱਤੀ ਜਾਵੇ, ਕਿਉਂਕਿ ਬਹੁਤ ਸਾਰੇ ਨਿਹੰਗ ਸਿੰਘ, ਬਹੁਤ ਸਾਰੀਆਂ ਜਥੇਬੰਦੀਆਂ ਇਹ ਚਾਹੁੰਦੀਆਂ ਸੀ ਕਿ ਉਹ ਖੁਦ ਉਸ ਸ਼ਖਸ ਨੂੰ ਜੋ ਹੈ ਉਹ ਸਜ਼ਾ ਦੇਣੀ ਚਾਹੁੰਦੇ ਸੀ। ਪਰ ਇੱਥੇ ਤੁਸੀਂ ਦੇਖੋ ਕਿ ਲਗਾਤਾਰ ਹੁਣ ਜਕਾਰੇ ਛੱਡੇ ਜਾ ਰਹੇ ਨੇ। ਕੁਝ ਦੇਰ ਪਹਿਲਾਂ ਜੋ ਅੰਮ੍ਰਿਤਸਰ ਦੇ ਡੀਸੀਪੀ ਨੇ ਉਹ ਇੱਥੇ ਪਹੁੰਚੇ ਸੀ, ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਉਸ ਸ਼ਖਸ ਨੂੰ ਹੋ ਸਕਦਾ ਹੈ ਕਿ ਉਹ ਬੇਹੋਸ਼ ਹੋਵੇ ਜਾਂ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੋਵੇ, ਤਾਂ ਇਹਨਾਂ ਨੂੰ ਸ਼ਾਂਤ ਕਰਨ ਦੇ ਲਈ ਗੱਲ ਕਹੀ ਜਾ ਰਹੀ। ਪਰ ਹੁਣ ਇਸ ਚੀਜ਼ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਉਸ ਸ਼ਖਸ ਨੂੰ ਮਾਰ ਦਿੱਤਾ ਗਿਆ ਔਰ ਉੱਤਰ ਪ੍ਰਦੇਸ਼ ਦਾ ਉਹ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। 22 ਸਾਲ ਉਸ ਦੀ ਉਮਰ ਦੱਸੀ ਜਾ ਰਹੀ ਹੈ। ਪਰ ਕੀ ਕਾਰਨ ਸੀ, ਕੀ ਇਸ ਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਸੀ, ਇਹ ਹਾਲੇ ਬਹੁਤ ਸਾਰੇ ਸਵਾਲ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਨੇ। ਪਰ ਸਭ ਤੋਂ ਅਹਿਮ ਜਾਣਕਾਰੀ ਇਹ ਕਿ ਜਿਸ ਸ਼ਖਸ ਵੱਲੋਂ ਇਹ ਬਹੁਤ ਵੱਡੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਜ਼ਰੂਰਤ ਕੀਤੀ ਗਈ ਔਰ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਗਿਆ, ਕਿਉਂਕਿ ਇਸ ਬਾਰੇ ਸੋਚ ਕੇ ਵੀ ਜੋ ਆਮ ਇਨਸਾਨ ਦੇ ਲੂ ਕੰਡੇ ਖੜੇ ਹੁੰਦੇ ਨੇ, ਕਿਉਂਕਿ ਜੋ ਗੁਰੂ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਤਾਂ ਉਹ ਇਸ ਚੀਜ਼ ਨੂੰ ਕਦੇ ਵੀ ਆਪਣੇ ਮਨ ਦੇ ਵਿੱਚ ਇਸ ਦੀ ਕਲਪਨਾ ਵੀ ਨਹੀਂ ਕਰ ਸਕਦਾ ਕਿ ਕੋਈ ਸ਼ਖਸ ਇਸ ਤਰੀਕੇ ਦੇ ਨਾਲ ਸੱਚਖੰਡ ਦੇ ਅੰਦਰ ਦਾਖਲ ਹੋ ਕੇ ਜੰਗੇ ਟੱਪ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਲਕੁਲ ਨਜ਼ਦੀਕ ਪਹੁੰਚੇਗਾ। ਪਰ ਉਸ ਨੂੰ ਉਸ ਦੀ ਜਿਹੜੀ ਗਲਤੀ ਦੀ ਸਜ਼ਾ ਜੋ ਹੈ ਉਹ ਤੁਰੰਤ ਇੱਥੇ ਜਿਹੜੇ ਭਾਵੇਂ ਉਹ ਐਸਜੀਪੀਸੀ ਦੇ ਨਾਲ ਸੰਬੰਧਿਤ ਮੁਲਾਜ਼ਮ ਨੇ ਜਾਂ ਜਿਹੜੀ ਕੀਤੀ ਗਈ ਹੈ ਤਾਂ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਉਸ ਦੀ ਇਸ ਪਿੱਛੇ ਮਨਸ਼ਾ ਕੀ ਸੀ। ਉਹ ਜੇਕਰ ਯੂਪੀ ਦਾ ਰਹਿਣ ਵਾਲਾ ਤਾਂ ਉਹ ਇਸ ਤਰੀਕੇ ਦੇ ਨਾਲ ਇੱਥੇ ਕਿੱਦਾਂ ਪਹੁੰਚਿਆ, ਕਿਉਂਕਿ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਔਰ ਜੋ ਆਸ-ਪਾਸ ਦੇ ਇਲਾਕੇ ਨੇ ਹਰ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ, ਤਾਂ ਉਸ ਦੇ ਅੰਦਰ ਦਾਖਲ ਹੋਣ ਤੋਂ ਪਹਿਲਾਂ ਉਸ ਦੀਆਂ ਜਿਹੜੀਆਂ ਕੀ ਗਤੀਵਿਧੀਆਂ ਰਹੀਆਂ ਨੇ ਉਸ ਦੇ ਉੱਪਰ ਵੀ ਪੂਰੀ ਉਸ ਦੀ ਜਾਂਚ ਕੀਤੀ ਜਾਏਗੀ। ਇਸ ਵੇਲੇ ਤੁਸੀਂ ਦੇਖੋ ਕਿ ਸਥਿਤੀ ਜਿਹੜੀ ਹੈ ਉਹ ਤਣਾਅਪੂਰਨ ਹੈ, ਕਿਉਂਕਿ ਜੋ ਸਿੱਖ ਸੰਗਤ ਹੈ ਜਾਂ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਮਨਾਂ ਦੇ ਵਿੱਚ ਰੋਸ ਹੈ। ਤਾਂ ਇਸ ਵੇਲੇ ਐਸਜੀਪੀਸੀ ਦੇ ਜੇ ਦਫ਼ਤਰ ਦਾ ਮੇਨ ਗੇਟ ਹੈ ਉੱਥੇ ਵੱਡੀ ਇਕੱਤਰਤਾ ਇਸ ਵੇਲੇ ਨਜ਼ਰ ਆ ਰਹੀ ਹੈ। ਹਰ ਕੋਈ ਇਹ ਜਾਣਨਾ ਚਾਹੁੰਦਾ ਕਿ ਆਖਿਰਕਾਰ ਉਹ ਸ਼ਖਸ ਕੌਣ ਸੀ ਔਰ ਇੱਥੇ ਕਿਉਂ ਪਹੁੰਚਿਆ, ਉਸ ਵੱਲੋਂ ਕਿਉਂ ਇਹ ਮੰਦਭਾਗੀ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਤਾਂ ਸਾਰੀਆਂ ਜਥੇਬੰਦੀਆਂ ਦੇ ਆਗੂ ਤੁਸੀਂ ਦੇਖ ਸਕਦੇ ਹੋ, ਉਹਨਾਂ ਵੱਲੋਂ ਕੁਝ ਦੇਰ ਪਹਿਲਾਂ ਗੱਲਬਾਤ ਵੀ ਕੀਤੀ ਗਈ। ਜੋ ਇੱਥੇ ਡੀਸੀਪੀ ਪਹੁੰਚੇ ਸੀ ਤਾਂ ਮਨਾਂ ਦੇ ਵਿੱਚ ਦੁੱਖ ਵੀ ਜ਼ਰੂਰ ਹੈ ਕਿ ਕਿਸ ਤਰੀਕੇ ਨਾਲ ਬਹੁਤ ਠੀਕ ਹੈ ਰਾਜੀਵ, ਤੁਹਾਡੀ ਆਵਾਜ਼ ਜਿਹੜੀ ਨੈਟਵਰਕ ਦੀ ਵਜ੍ਹਾ ਦੇ ਨਾਲ ਕਲੀਅਰ ਨਹੀਂ ਪਹੁੰਚ ਰਹੀ ਹੈ, ਪਰ ਕੁਝ ਤਸਵੀਰਾਂ ਸਾਡੇ ਤੱਕ ਪਹੁੰਚੀਆਂ ਨੇ, ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਜਾ ਪਹੁੰਚਿਆ ਸੀ ਉਹ ਸ਼ਖਸ। ਇਸ ਸਮੇਂ ਸਾਡੇ ਨਾਲ ਸੂਬੇ ਦੇ ਗ੍ਰਹਿ ਮੰਤਰੀ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਜੀ ਜੁੜ ਰਹੇ ਨੇ। ਸਰ, ਤੁਹਾਡਾ ਫਰਸਟ ਰਿਐਕਸ਼ਨ ਤੇ ਇਸ ਸਮੇਂ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਪਹੁੰਚੀ ਹੈ ਇਸ ਪੂਰੇ ਮਾਮਲੇ ਦੇ ਵਿੱਚ, ਕੀ ਕੁਝ ਐਕਸ਼ਨ ਤੁਹਾਨੂੰ ਲੱਗਦਾ ਕਿ ਲੋੜੀਂਦਾ ਹੁਣ ਲੈਣਾ ਚਾਹੀਦਾ ਹੈ? ਮੇਰੇ ਕੋਲ ਜਿਹੜੀ ਪਹੁੰਚੀ ਜੀ, ਮੈਂ ਇਮੀਡੀਏਟਲੀ ਉਸ ਵੇਲੇ ਮੇਰੀ ਸੀਪੀ ਅਰਦਾਸ ਗੱਲ ਹੋਈ ਜੀ। ਉਹਨਾਂ ਨੇ ਮੈਨੂੰ ਜੋ ਦੱਸਿਆ ਕਿ ਇਹ ਆਦਮੀ ਜਿੱਥੇ ਕੀਰਤਨ ਕਰਦੇ ਉਹਨਾਂ ਦੇ ਰਾਗੀ ਸਿੰਘਾਂ ਦੀ ਬੈਕ ਸਾਈਡ ਤੇ ਬੈਠਾ ਸੀ, ਉੱਥੋਂ ਜੰਪ ਕਰਕੇ ਸਿੱਧੀ ਛਾਲ ਮਾਰੀ ਤੇ ਅੱਗੇ ਆ ਗਿਆ। ਤੇ ਉੱਥੋਂ ਸੇਵਾਦਾਰਾਂ ਨੇ ਇਮੀਡੀਏਟਲੀ ਉਹਨੂੰ ਦਬੋਚ ਲਿਆ ਜੀ ਔਰ ਉੱਥੋਂ ਇਹਨੂੰ ਉਹ ਬਾਹਰ ਲੈ ਗਏ ਨੇ। ਤੇ ਜਦੋਂ ਤੱਕ ਪੁਲਿਸ ਪਹੁੰਚੀ ਆ ਉਸ ਟਾਈਮ ਤੱਕ ਇਸ ਬੰਦੇ ਦੀ ਡੈਥ ਹੋ ਚੁੱਕੀ ਸੀ। ਪਰ ਇਹ ਬਹੁਤ ਮੰਦਭਾਗੀ ਘਟਨਾ ਕਿ ਇੱਕ ਆਦਮੀ ਜਿੱਥੇ ਸ਼ਰਧਾ ਭਾਵਨਾ ਦੇ ਨਾਲ ਜਾਂਦਾ, ਇੱਕ ਨਹੀਂ ਜਾਂਦਾ, ਸਾਰੇ ਮੁਸਲਮਾਨ, ਹਿੰਦੂ, ਸਿੱਖ, ਈਸਾਈ ਸਾਰੇ ਕਿੰਨੀ ਤਾਦਾਦ ਦੇ ਵਿੱਚ ਕਾਦੀਆਂ ਸਟੇਟਾਂ ਤੋਂ ਆ ਕੇ ਮੱਥਾ ਟੇਕਦੇ ਆ ਤੇ ਉੱਥੇ ਕੀਰਤਨ ਜਿੱਥੇ ਸੁਣ ਰਿਹਾ ਉੱਥੋਂ ਛਾਲ ਮਾਰ ਕੇ ਅੱਗੇ ਆਉਣਾ, ਇਹ ਬੜੀ ਮੰਦਭਾਗੀ ਘਟਨਾ ਔਰ ਬੜੀ ਨਾ ਬਰਦਾਸ਼ਤ ਹੋਣ ਵਾਲੀ ਚੀਜ਼ ਹੈ ਕਿ ਗੁਰੂ ਮਹਾਰਾਜ ਦੇ ਜਿੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਸਾਰਿਆਂ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਤੇ ਉੱਥੇ ਬੰਦਾ ਕੀਰਤਨ ਸੁਣ ਰਿਹਾ ਤੇ ਇਹ ਗੱਲ ਕਰ ਗਿਆ। ਤੇ ਜਿਹੜੀ ਅਸੀਂ ਸਾਰੇ ਬੜੀ ਸਖਤ ਸ਼ਬਦਾਂ ਤੇ ਨਿਖੇਧੀ ਕਰਦੇ ਹਾਂ ਔਰ ਅਰਦਾਸ ਵੀ ਕਰਦਾ ਕਿ ਗੁਰੂ ਮਹਾਰਾਜ ਦੇ ਇਹਨਾਂ 'ਚ ਇਲੈਕਸ਼ਨ ਦੇ ਨੇੜੇ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਔਰ ਮਾਹੌਲ ਬਣਾਉਣਾ ਬੜਾ ਮੰਦਭਾਗਾ। ਰੰਧਾਵਾ ਸਾਹਿਬ, ਕੋਈ ਪਿੱਛੇ ਸਾਜ਼ਿਸ਼ ਨਜ਼ਰ ਆਉਂਦੀ ਹੈ? ਕਿਉਂਕਿ ਇਲੈਕਸ਼ਨ ਦਾ ਤੁਸੀਂ ਖੁਦ ਜ਼ਿਕਰ ਕਰ ਦਿੱਤਾ ਕਿ ਇਹਦੇ ਤੇ ਇਮੀਡੀਏਟਲੀ ਮੈਂ ਰਿਐਕਸ਼ਨ ਨਹੀਂ ਦੇ ਸਕਦਾ। ਤੁਸੀਂ ਦੇਖਿਆ ਕਿ ਅੱਜ ਹੀ ਡਰੋਨ ਵੀ ਫੜਿਆ ਗਿਆ, ਠੀਕ ਨਹੀਂ ਜੀ? ਤੇ ਬੜੀ ਸਾਰਾ ਕੁਝ ਦੇਖਣੀ ਔਰ ਸੋਚਣ ਵਾਲੀ ਗੱਲ ਹੈ। ਇਹਦੇ ਤੇ ਇਮੀਡੀਏਟਲੀ ਮੈਂ ਕੋਈ ਰਿਐਕਸ਼ਨ ਨਹੀਂ ਦੇ ਸਕਦਾ।
ਉਸ ਦਾ ਕਤਲ ਕਰ ਦਿੱਤਾ ਗਿਆ ਨਾ ਕਿ ਭੀੜ ਦਾ ਗੁੱਸਾ ਸੀ, ਉਹ ਉੱਥੇ ਸੰਗਤ ਦਾ ਗੁੱਸਾ ਸੀ, ਪਰ ਤੁਹਾਨੂੰ ਲੱਗਦਾ ਕਿ ਜੇ ਉਹ ਸ਼ਖਸ ਜਿਉਂਦਾ ਫੜਿਆ ਜਾਂਦਾ ਤਾਂ ਸ਼ਾਇਦ ਤੱਥ ਬਹੁਤ ਜਲਦੀ ਔਰ ਬਹੁਤ ਕੁਝ ਜਿਹੜੀਆਂ ਗੱਲਾਂ ਛੁਪੀਆਂ ਸੀ, ਬਹੁਤ ਚੀਜ਼ਾਂ ਕੱਢੀਆਂ ਜਾ ਸਕਦੀਆਂ। ਪੁਲਿਸ ਕੋਲ ਮਾਮਲਾ ਪਹੁੰਚ ਗਿਆ ਅਜੇ ਤੱਕ ਨਹੀਂ? ਹਾਂਜੀ, ਪੁਲਿਸ ਤੱਕ ਪਹੁੰਚ ਗਿਆ ਜੀ ਮਾਮਲਾ ਇਹ, ਜਾਂ ਤੁਸੀਂ ਕਿਸੇ ਦੀ ਡਿਊਟੀ ਲਗਾਈ ਹੋਵੇ ਜਿਹੜੇ ਪੁਲਿਸ ਦੇ ਅਧਿਕਾਰੀ ਨੇ ਕਿ ਉੱਥੇ ਜਾ ਕੇ ਇਨਵੈਸਟੀਗੇਟ ਕਰਨ? ਜਿਹੜੇ ਕਮਿਸ਼ਨਰ ਪੁਲਿਸ ਨੇ ਉੱਥੇ ਹੀ ਖੜੇ ਨੇ ਜੀ, ਉੱਥੇ ਖੜੇ ਸਾਰੇ। ਚਲੋ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਬੇਅਦਬੀ ਦੇ ਮੁਲਜ਼ਮ ਦਾ ਭੀੜ ਦੇ ਵੱਲੋਂ ਕਤਲ ਕਰ ਦਿੱਤਾ ਗਿਆ। ਸੂਬੇ ਦੇ ਗ੍ਰਹਿ ਮੰਤਰੀ ਇਹ ਜਾਣਕਾਰੀ ਦੇ ਕੇ ਗਏ ਨੇ ਕਿ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ। ਦੂਜਾ ਉਹਨਾਂ ਨੇ ਇਹ ਵੀ ਕਿਹਾ ਜਿਹੜੇ ਪੁਲਿਸ ਕਮਿਸ਼ਨਰ ਨੇ ਉਹ ਮੌਕੇ ਦੇ ਉੱਤੇ ਪਹੁੰਚ ਗਏ ਨੇ ਤੇ ਪੂਰੀ ਫੀਡਬੈਕ ਗ੍ਰਹਿ ਮੰਤਰੀ ਤੱਕ ਵੀ ਲਾਜ਼ਮੀ ਤੌਰ ਤੇ ਪਲ ਪਲ ਦੀ ਪਹੁੰਚ ਰਹੀ ਹੋਏਗੀ। ਮੰਦਭਾਗੀ ਘਟਨਾ, ਹਰ ਕੋਈ ਲਗਾਤਾਰ ਇਹੀ ਜ਼ਿਕਰ ਕਰ ਰਿਹਾ ਹੈ। ਦਰਬਾਰ ਸਾਹਿਬ ਦੇ ਵਿੱਚ ਅਜਿਹਾ ਕੁਝ ਕੋਈ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ ਜਾਂ ਸੋਚ ਸਕਦਾ ਹੈ, ਇਹ ਸ਼ਾਇਦ ਕਿਸੇ ਨੇ ਸੋਚਿਆ ਵੀ ਨਹੀਂ ਸੀ ਜੇ ਪੂਰੀ ਘਟਨਾ ਵਾਪਰੀ ਆ ਉੱਥੇ। ਤੇ ਗ੍ਰਹਿ ਮੰਤਰੀ ਕਹਿ ਰਹੇ ਨੇ ਕਿ ਇਸ ਪੂਰੇ ਮਾਮਲੇ ਦੀ ਜੜ ਤੱਕ ਜਾਵਾਂਗੇ। ਹਾਲਾਂਕਿ ਸ਼ੁਰੂਆਤੀ ਬਿਲਕੁਲ ਜਾਂਚ ਤੋਂ ਬਾਅਦ ਅਜੇ ਕੋਈ ਵੀ ਟਿੱਪਣੀ ਕਰਨ ਤੋਂ ਜ਼ਰੂਰ ਬਚਦੇ ਨਜ਼ਰ ਆਏ ਤੇ ਉਹਨਾਂ ਨੇ ਕਿਹਾ ਕਿ ਬਿਲਕੁਲ ਇਨੀਸ਼ੀਅਲ ਸਟੇਜ ਦੇ ਉੱਤੇ ਪੂਰਾ ਮਾਮਲਾ ਜੋ ਨੌਲੇਜ ਦੇ ਵਿੱਚ ਆਇਆ ਹੈ ਤੇ ਇਸ ਕਰਕੇ ਇਸ ਦੇ ਉੱਤੇ ਕੋਈ ਟਿੱਪਣੀ ਕਰਨਾ ਫਿਲਹਾਲ ਠੀਕ ਨਹੀਂ ਹੋਏਗਾ ਕਿ ਇਹ ਸਾਜ਼ਿਸ਼ ਹੈ ਜਾਂ ਕੀ ਹੈ। ਇੱਕ ਇਸ਼ਾਰਾ ਉਹਨਾਂ ਨੇ ਜ਼ਰੂਰ ਕੀਤਾ ਕਿ ਕਦੇ ਸਰਹੱਦ ਦੇ ਉੱਤੇ ਡਰੋਨ ਮਿਲਦਾ ਹੈ ਤੇ ਇਸ ਤਰੀਕੇ ਨਾਲ ਇਹ ਘਟਨਾ ਦਾ ਵਾਪਰਨਾ ਤੇ ਨਾਲ ਹੀ ਇਲੈਕਸ਼ਨ ਬਹੁਤ ਨੇੜੇ ਨੇ ਪੰਜਾਬ ਦੇ ਵਿੱਚ। ਇਸ ਸਮੇਂ ਪੂਰਾ ਸਿਆਸੀ ਅਖਾੜਾ ਭਖਿਆ ਹੋਇਆ ਹੈ ਤਾਂ ਕਿ ਇਸ ਨੂੰ ਪੂਰੇ ਸਿਆਸੀ ਅਖਾੜੇ ਦੇ ਨਾਲ ਵੀ ਜੋੜਿਆ ਜਾਵੇ ਕਿ ਕੋਈ ਪੋਲੀਟੀਕਲੀ ਇਸ ਦੇ ਪਿੱਛੇ ਕੋਈ ਸਾਜ਼ਿਸ਼ ਹੋ ਸਕਦੀ ਹੈ। ਆਖਿਰ ਵਜ੍ਹਾ ਕੀ ਹੋ ਸਕਦੀ ਹੈ ਕਿ ਕੋਈ ਸ਼ਖਸ ਉੱਥੇ ਪਹੁੰਚ ਜਾਵੇ ਤੇ ਅਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੇ। ਜੋ ਜਾਣਕਾਰੀ ਸਾਨੂੰ ਮਿਲ ਰਹੀ ਹੈ ਉਹ ਇਹ ਵੀ ਹੈ ਕਿ ਇਹ ਸ਼ਖਸ ਪੰਜਾਬ ਤੋਂ ਬਾਹਰ ਦਾ ਸੀ, ਪ੍ਰਵਾਸੀ ਸੀ, ਉੱਤਰ ਪ੍ਰਦੇਸ਼ ਦਾ ਦੱਸਿਆ ਜਾ ਰਿਹਾ ਹੈ ਕਿ ਰਹਿਣ ਵਾਲਾ ਸੀ। ਹਾਲਾਂਕਿ ਬਿਲਕੁਲ ਸ਼ੁਰੂਆਤੀ ਜਾਂਚ ਦੀਆਂ ਜਿਹੜੀਆਂ ਜਾਣਕਾਰੀਆਂ ਨੇ ਸਾਹਮਣੇ ਆ ਰਹੀਆਂ ਨੇ, 22 ਸਾਲ ਦੀ ਉਮਰ ਦੱਸੀ ਜਾ ਰਹੀ ਹੈ। ਕੋਈ ਬਹੁਤ ਜ਼ਿਆਦਾ ਉਮਰ ਨਹੀਂ ਹੈ, ਬਹੁਤ ਨੌਜਵਾਨ, ਬਹੁਤ ਯੰਗ ਏਜ ਦੇ ਵਿੱਚ ਉਸ ਦੇ ਵੱਲੋਂ ਇਹ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਭੀੜ ਨੇ ਮੌਤ ਦੇ ਘਾਟ ਉਤਾਰ ਦਿੱਤਾ ਇਸ ਸ਼ਖਸ ਨੂੰ। ਗ੍ਰਹਿ ਮੰਤਰੀ ਵੀ ਉਸ ਦੀ ਤਸਦੀਕ ਕਰ ਗਏ ਨੇ। ਉਹਨਾਂ ਨੇ ਕਿਹਾ ਕਿ ਜੋ ਜਾਣਕਾਰੀ ਮੈਨੂੰ ਮਿਲੀ ਹੈ ਕਿ ਉਸ ਸ਼ਖਸ ਦੀ ਡੈਥ ਹੋ ਚੁੱਕੀ ਹੈ, ਉਸ ਸ਼ਖਸ ਦੀ ਮੌਤ ਹੋ ਚੁੱਕੀ ਹੈ ਜੋ ਉੱਥੇ ਭੀੜ ਦੇ ਵੱਲੋਂ ਉਸ ਦੇ ਨਾਲ ਕੁੱਟਮਾਰ ਕੀਤੀ ਗਈ। ਤੇ ਇਹ ਵੀ ਉਹ ਜ਼ਰੂਰ ਕਹਿੰਦੇ ਨਜ਼ਰ ਆਏ ਕਿ ਜੇਕਰ ਇਹ ਸ਼ਖਸ ਨੂੰ ਜਿਉਂਦਾ ਫੜ ਲਿਆ ਜਾਂਦਾ ਤਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਆਸਾਨੀ ਦੇ ਨਾਲ ਉਸ ਤੋਂ ਉਗਲਵਾਈਆਂ ਜਾ ਸਕਦੀਆਂ ਸੀ ਜਾਂ ਤੱਥ ਸਾਹਮਣੇ ਆ ਸਕਦੇ ਕਿ ਆਖਿਰ ਉੱਥੇ ਕਿਉਂ ਪਹੁੰਚਿਆ, ਕਿਉਂ ਉਸ ਦੇ ਵੱਲੋਂ ਘਟਨਾ ਨੂੰ ਅੰਜਾਮ ਦਿੱਤਾ ਗਿਆ, ਕੌਣ ਇਸ ਦੇ ਪਿੱਛੇ ਹੈ। ਬਹੁਤ ਸਾਰੀਆਂ ਚੀਜ਼ਾਂ ਹੈ ਜੋ ਹੋ ਸਕਦੀਆਂ ਸੀ। ਇਸ ਸਮੇਂ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਜੁੜ ਰਹੇ ਨੇ। ਬੀਬੀ ਜੀ, ਸਵਾਗਤ ਹੈ ਤੁਹਾਡਾ। ਫਸਟ ਰਿਐਕਸ਼ਨ, ਬਹੁਤ ਮੰਦਭਾਗੀ ਘਟਨਾ ਹੈ, ਪੂਰੇ ਪੰਜਾਬ ਦੇ ਲਈ ਚਿੰਤਾ ਵਾਲਾ ਬਹੁਤ ਗੰਭੀਰ ਵਿਸ਼ਾ ਜੋ ਕੁਝ ਅੱਜ ਦਰਬਾਰ ਸਾਹਿਬ ਦੇ ਵਿੱਚ ਹੋਇਆ, ਜੋ ਕਰਨ ਦੀ ਉੱਥੇ ਕੋਸ਼ਿਸ਼ ਕੀਤੀ ਗਈ। देखो, सचखंड श्री दरबार साहब वो पवित्र स्थान है जिस स्थान के वास्ते पातशाह ने लिखा डिठे सभ्य थाम नहीं तो दिया, जिथे क्षत्रिय ब्राह्मण शूद वैश्य उपदेश चौं वर्णा को साझा दिता जाता है। ये चारे दरवाजे सारे पासों खुले है, कोई आवे मत्था टेके, कोई आवे गुरु कोलों बख्शिश लवे, किसी नूं रोकिया जां टोकिया नहीं जाता। पर दुख की गल है कि अज मत्थे रंगण तो बाद एडी वड्डी दर्दनाक घटना जिहड़ी वापरी है, ये बड़ी असह ते ना जिहड़ी है वो जिहड़ा रोस है सारे सिखां दे मनां विच आया, गुरु नानक नाम लेवा दे मन च आया, सब श्रद्धालुओं दे मन च आया। पूरा घंटा खड़ा होएगा व्यक्ति लाइन दे विच मत्था टेकण लई, पर एकदम मत्था टेक के अंदर टप के वड़ के जो ने घटना कीती है, जिन्नी इहदी निंदा करो उन्नी थोड़ी है। निंदा करने दे शब्द भी नहीं मेरे कोल कि मैं की कह सकां उहदे वास्ते। पर दुख की गल है कि ये एवें व्यक्ति नहीं कोई कर सकता जी। इहदे पिछे वड्डियां कोई साजिशां होणगियां, इहदे वड्डे कोई सरकारी एजेंसियां होणगियां जिन्हां ने करवाया होएगा। क्योंकि पहला भी जिहड़ियां घटनावां वापरियां असीं सरकार दे हवाले करते रहे हैं, भावें केसगढ़ साहब की गल सी, भावें किसी लोकल गुरुद्वारियां की गल सी, कोई घटना वापरी है दोषियों को सरकार के हवाले करते रहे, पुलिस के हवाले करते रहे, किसी ने साड़ी सुनवाई नहीं की। ब्रेन मैपिंग तक असी मंगया, नार्को टेस्ट असी मंगया कि इहदा पता करो डूंगाई च जाके कि इन्हां दी तारां कित्थे जुड़दियां ने, कौन व्यक्ति इन्हां नूं तैयार करके भेजदे हैं, कौन ने वो लोग जिहड़े गुरु दे दोखी हन,
ਕਿਹੜੇ ਲੋਕ ਨੇ ਉਹ ਜਿਹੜੇ ਸ਼ਰਾਰਤਾਂ ਕਰਾ ਕੇ ਸਮਾਜ ਦੇ ਵਿੱਚ ਸਾਡੇ ਲੋਕਾਂ ਨੂੰ ਬਹੁਤ ਵੱਡਾ ਜਿਹੜਾ ਅੱਜ ਭਾਈਚਾਰਕ ਸਾਂਝ ਹੈ ਉਹਨੂੰ ਖਤਮ ਕਰਨਾ ਚਾਹੁੰਦੇ ਹੈ। ਕਿਹੜੇ ਲੋਕ ਹੈ ਜਿਹੜਾ ਏਡਾ ਦਰਦ ਦੇ ਕੇ ਪਾੜੇ ਪਾਉਣੇ ਚਾਹੁੰਦੇ ਹੈ। ਪਰ ਬੜਾ ਦੁੱਖ ਹੈ ਕਿ ਸਰਕਾਰ ਨੇ ਬਿਲਕੁਲ ਇੱਕ ਵੀ ਘਟਨਾ ਦਾ ਹੱਲ ਨਹੀਂ ਕੀਤਾ। ਜੇ ਕੀਤਾ ਹੁੰਦਾ ਤੇ ਅੱਜ ਇਹ ਘਟਨਾ ਨਾ ਵਾਪਰਦੀ। ਸਭ ਤੋਂ ਵੱਡੀ ਤੇ ਸਭ ਤੋਂ ਮਾੜੀ ਘਟਨਾ ਜਿਹੜੀ ਹੈ ਉਹ ਅੱਜ ਵਾਪਰੀ ਹੈ। ਤੇ ਮੈਂ ਸਮਝਦੀ ਹਾਂ ਕਿ ਵਾਕਈ ਗੱਲ ਸਹੀ ਹੈ ਕਿ ਜੇ ਅੱਜ ਇਨਸਾਫ ਸਰਕਾਰਾਂ ਨਹੀਂ ਦੇ ਰਹੀਆਂ ਤੇ ਫਿਰ ਸੋਧੇ ਲਾ ਕੇ ਜੇ ਅੱਜ ਸਿੱਖਾਂ ਨੂੰ ਇਹ ਕਰਨਾ ਪਵੇ ਤੇ ਫਿਰ ਇਹ ਤੋਂ ਵੱਡੀ ਸਾਡੀ ਜਿਹੜੀ ਮੰਦਭਾਗੀ ਕੀ ਗੱਲ ਹੋ ਸਕਦੀ ਹੈ ਕਿ ਅੱਜ ਸਰਕਾਰ ਨੇ ਜੇ ਇਨਸਾਫ ਦਿੱਤਾ ਹੁੰਦਾ ਤੇ ਅੱਜ ਇਹ ਘਟਨਾ ਨਾ ਵਾਪਰਦੀ, ਨਾ ਸਾਰਿਆਂ ਦੇ ਦਿਲ ਵੱਲੋਂ ਡਰੇ ਜਾਂਦੇ। ਤੁਸੀਂ ਖੁਦ ਜ਼ਿਕਰ ਕਰ ਰਹੇ ਹੋ ਕਿ ਇਸ ਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੋ ਸਕਦੀ ਹੈ, ਪਰ ਬੀਬੀ ਜੀ ਕਿਵੇਂ ਦੇਖਦੇ ਹੋ ਸੰਗਤ ਦੇ ਵਿੱਚੋਂ, ਕਿਉਂਕਿ ਉੱਥੇ ਟਾਸਕ ਫੋਰਸ ਦੇ ਜਿਹੜੇ ਨੁਮਾਇੰਦੇ ਹੁੰਦੇ ਨੇ ਉਹ ਵੀ ਉੱਥੇ ਮੌਜੂਦ ਹੁੰਦੇ ਨੇ, ਬਹੁਤ ਭੀੜ ਹੁੰਦੀ ਹੈ ਸੰਗਤ ਦੀ ਵੀ, ਤੇ ਜਿਹੜੇ ਐਸਜੀਪੀਸੀ ਦੇ ਨੁਮਾਇੰਦੇ ਨੇ ਉਹ ਵੀ ਉੱਥੇ ਮੌਜੂਦ ਹੁੰਦੇ ਨੇ, ਬਾਵਜੂਦ ਇਸ ਦੇ ਇੱਕ ਸ਼ਖਸ ਦੇ ਵੱਲੋਂ ਛਾਲ ਮਾਰ ਕੇ ਅੰਦਰ ਵਾਲੇ ਪਾਸੇ ਚਲਿਆ ਜਾਣਾ। ਦੇਖੋ ਜਦੋਂ ਮੱਥਾ ਟੇਕ ਕੇ ਤੁਰਦੇ ਹੈ ਕੋਈ ਕਿਸੇ ਨੂੰ ਇਹ ਸ਼ੱਕ ਨਹੀਂ ਹੁੰਦਾ, ਮੱਥਾ ਟੇਕਣ ਲੱਗੇ ਕਿਸੇ ਤੇ ਕੋਈ ਸ਼ੱਕ ਨਹੀਂ ਹੁੰਦਾ, ਪਰ ਇੱਕਦਮ ਮੱਥਾ ਟੇਕ ਕੇ ਅੰਦਰ ਟੱਪ ਕੇ ਜਿਹੜੀ ਉਹਨੇ ਘਟਨਾ ਕੀਤੀ ਹੈ ਮੌਕੇ ਤੇ ਫੜਿਆ ਸੇਵਾਦਾਰਾਂ ਨੇ, ਕਿਉਂਕਿ ਉੱਥੇ ਰੋਕ ਟੋਕ ਅਸੀਂ ਕਰਦੇ ਹੀ ਨਹੀਂ ਬਹੁਤਾ ਮੱਥਾ ਟੇਕਣ ਲੱਗਿਆ। ਤਕਲੀਫ ਇਸ ਗੱਲ ਦੀ ਹੈ ਕਿ ਜੇ ਤੇ ਅਸੀਂ ਕਿਸੇ ਨੂੰ ਕੋਈ ਕਹੀਏ ਵੀ ਇੱਧਰ ਨੂੰ ਨਾ ਜਾਓ, ਇੱਧਰ ਨੂੰ ਜਾਓ, ਮੱਥਾ ਟੇਕ ਕੇ ਜਾਓ, ਕਿਸੇ ਨੂੰ ਸ਼ੱਕ ਹੀ ਨਹੀਂ ਕੀਤਾ ਜਾ ਸਕਦਾ, ਕਿਸੇ ਤੇ ਸ਼ੱਕ ਹੀ ਨਹੀਂ ਕੀਤਾ। ਅੱਜ ਤੱਕ ਕਿਸੇ ਨੇ ਇਹੋ ਜਿਹੀ ਘਟਨਾ ਕੀਤੀ ਨਹੀਂ। ਜੇ ਸ਼ੱਕ ਕਿਸੇ ਦੇ ਸ਼ੱਕ ਹੋਵੇ ਤਾਂ ਕਿਸੇ ਨੂੰ ਰੋਕਿਆ ਜਾਵੇ, ਪਰ ਉੱਥੇ ਸੇਵਾਦਾਰ ਬੈਠੇ ਹੁੰਦੇ ਆ ਇਸ ਕਰਕੇ ਕਿ ਉਹਨਾਂ ਨੇ ਸਾਰੀ ਅੰਦਰ ਦੀ ਸੇਵਾ ਸੰਭਾਲ ਕਰਨੀ ਹੁੰਦੀ ਹੈ। ਮੈਂ ਸਮਝਦੀ ਹਾਂ ਕਿ ਜਿਹਨੇ ਕੀਤੀ ਹੈ ਇਹ ਪਿੱਛੇ ਕੋਈ ਸਾਜ਼ਿਸ਼ ਹੈ, ਬਹੁਤ ਵੱਡੀ ਸਾਜ਼ਿਸ਼ ਹੈ। ਇਹ ਜਦੋਂ ਚੋਣਾਂ ਦੇ ਦਿਨ ਆਉਂਦੇ ਆ, ਜਦੋਂ ਇਲੈਕਸ਼ਨਾਂ ਹੁੰਦੀਆਂ, ਗੁਰਦੁਆਰਿਆਂ ਵਿੱਚ, ਪਵਿੱਤਰ ਸਥਾਨਾਂ ਉੱਤੇ, ਵੱਡੀਆਂ ਧਾਰਮਿਕ ਗੁਰਧਾਮਾਂ ਉੱਤੇ ਜੇ ਘਟਨਾ ਵਾਪਰਦੀਆਂ, ਇਹਦਾ ਮਤਲਬ ਕਿ ਇਹ ਸਰਬ ਸਾਂਝੀਵਾਲਤਾ ਦਾ ਉਪਦੇਸ਼ ਵਾਲੇ ਸਥਾਨ ਜਿਹੜੇ ਹੈ ਉਹਨਾਂ ਵਿੱਚ ਆ ਕੇ ਬੇਅਦਬੀ ਹੁੰਦੀ ਹੈ, ਹੋਰ ਕਿਤੇ ਕਿਉਂ ਨਹੀਂ ਹੁੰਦੀ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਪਰ ਕੇਵਲ ਤੇ ਕੇਵਲ ਉਹਨਾਂ ਲੋਕਾਂ ਨੂੰ ਇੱਥੇ ਹੀ ਕਿਉਂ ਅੱਗ ਲਾਉਣੀ ਹੁੰਦੀ ਹੈ ਜਿੱਥੋਂ ਲੋਕਾਂ ਨੂੰ ਸਭ ਦਾ ਭਲਾ ਮੰਗਿਆ ਜਾਂਦਾ ਹੈ। ਤੇ ਮੈਂ ਸਮਝਦੀ ਹਾਂ ਕਿ ਸਰਕਾਰ ਫੇਲ ਹੋ ਗਈ ਇਹਨਾਂ ਨੂੰ ਕੱਢਣ ਵਾਸਤੇ, ਇਹਨਾਂ ਨੂੰ ਜਾਂਚ ਕਰਨ ਵਾਸਤੇ। ਅੱਜ ਤਾਂ ਹੀ ਕਰਕੇ ਜੇ ਅੱਜ ਸੋਧਾ ਲਾ ਕੇ ਉਹਨੂੰ ਖਤਮ ਕੀਤਾ ਹੋਏਗਾ, ਮੈਂ ਦੇਖ ਰਹੀ ਸਾਂ ਕਿ ਉਹਨੂੰ ਸੋਧਾ ਲਾ ਦਿੱਤਾ ਗਿਆ। ਕਿਉਂ ਲੋੜ ਪਈ ਹੈ, ਕਿਉਂ ਇਹ ਇੱਥੇ ਤੱਕ ਪਹੁੰਚੀਆਂ ਗੱਲਾਂ। ਹੁਣ ਆਪਣੇ ਫਿਰ ਹੱਕ ਆਪ ਹੀ ਵਰਤਣੇ ਪੈਣਗੇ ਨਾ ਜੀ, ਆਪਣੇ ਕੰਮ ਆਪ ਕਰਨੇ ਪੈਣਗੇ। ਜੇ ਸਰਕਾਰਾਂ ਫੇਲ ਹੋ ਗਈਆਂ ਤੇ ਸਰਕਾਰ ਨੇ ਜੇ ਪਹਿਲਾਂ ਸਾਨੂੰ ਇਨਸਾਫ ਦਿੱਤਾ ਹੁੰਦਾ ਤੇ ਇੱਥੇ ਤੱਕ ਨੌਬਤਾਂ ਨਾ ਪਹੁੰਚਦੀਆਂ। ਸ਼ੁਕਰੀਆ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਲਾਜ਼ਮੀ ਤੌਰ ਤੇ ਬਹੁਤ ਮੰਦਭਾਗੀ ਘਟਨਾ ਹੈ। ਇਲੈਕਸ਼ਨ ਬਹੁਤ ਨੇੜੇ ਨੇ ਪੰਜਾਬ ਦੇ ਵਿੱਚ ਤੇ ਇਸ ਵਿਚਾਲੇ ਅਜਿਹੀ ਕੋਈ ਘਟਨਾ ਵਾਪਰਨੀ ਉਹ ਲਾਜ਼ਮੀ ਤੌਰ ਤੇ ਬਹੁਤ ਗੰਭੀਰ ਵਿਸ਼ਾ ਪੰਜਾਬ ਦੇ ਲਈ ਬਣ ਜਾਂਦਾ ਹੈ। ਪੰਜਾਬ ਪੂਰੀ ਦੁਨੀਆ ਦੇ ਲਈ ਮਿਸਾਲ ਹੈ ਜਿਸ ਤਰੀਕੇ ਨਾਲ ਇੱਥੇ ਸਾਰੇ ਧਰਮਾਂ ਦੇ ਲੋਕ ਮਿਲ ਜੁਲ ਕੇ ਜੋ ਭਾਈਚਾਰਕ ਸਾਂਝ ਹੈ ਜੋ ਨਜ਼ਰ ਆਉਂਦੀ ਹੈ ਪੰਜਾਬ ਦੇ ਵਿੱਚ। ਤੁਸੀਂ ਪੰਜਾਬ ਦੇ ਵਿੱਚ ਚਲੇ ਜਾਓ, ਕਿਤੇ ਤੁਹਾਨੂੰ ਕੋਈ ਵਖਰੇਵੇਂ ਨਜ਼ਰ ਨਹੀਂ ਆਉਂਦੇ, ਪਰ ਇਹ ਸਭ ਦੇ ਵਿਚਾਲੇ ਜਦੋਂ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਉਹ ਚਿੰਤਾ ਹਰ ਕਿਸੇ ਦੀ ਵਧਾਉਂਦੀ ਹੈ। ਤੇ ਇਸ ਵਿਚਾਲੇ ਨਿਊਜ਼ 18 ਪੰਜਾਬ ਜ਼ਰੂਰ ਆਪਣੇ ਦਰਸ਼ਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਸਹੀ ਤੇ ਸਟੀਕ ਜਾਣਕਾਰੀ ਸਾਡੀ ਜ਼ਿੰਮੇਵਾਰੀ ਹੈ ਕਿ ਤੁਹਾਡੇ ਤੱਕ ਅਸੀਂ ਪਹੁੰਚਾਈਏ, ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਇੱਕ ਪੁਆਇੰਟ ਜੋ ਵੀ ਜਾਣਕਾਰੀ ਸਾਡੇ ਤੱਕ ਪਹੁੰਚ ਰਹੀ ਹੈ ਅਸੀਂ ਉਸ ਨੂੰ ਬਿਲਕੁਲ ਵੈਰੀਫਾਈ ਕਰਕੇ ਹੀ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਡੇ ਤੱਕ ਪਹੁੰਚਾਈਏ। ਸੋਸ਼ਲ ਮੀਡੀਆ ਦੇ ਉੱਤੇ ਹੋ ਸਕਦਾ ਹੈ ਤੁਹਾਡੇ WhatsApp ਦੇ ਜ਼ਰੀਏ ਤੁਹਾਡੇ ਕੋਲ ਕੁਝ ਚੀਜ਼ਾਂ ਪਹੁੰਚ ਰਹੀਆਂ ਹੋਣ ਤਾਂ ਥੋੜਾ ਜਿਹਾ ਇਗਨੋਰ ਕਰੋ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਪੰਜਾਬ ਦੇ ਵਿੱਚ ਜੋ ਅਮਨ ਸ਼ਾਂਤੀ, ਜੋ ਭਾਈਚਾਰਕ ਸਾਂਝ ਹੈ ਉਹ ਬਹਾਲ ਰਹੇ, ਉਹ ਹਮੇਸ਼ਾ ਦੀ ਤਰ੍ਹਾਂ ਜ਼ਰੂਰ ਬਣੀ ਰਹੇ। ਪੰਜਾਬ ਨੇ ਬਹੁਤ ਔਖਾ ਸਮਾਂ ਦੇਖਿਆ ਹੈ, ਉਹ 80 ਔਰ 90 ਦਾ ਦਹਾਕਾ। ਇਸ ਕਰਕੇ ਸਾਡੀ ਸਾਰਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਪੂਰੇ ਇਸ਼ੂ ਨੂੰ ਬਹੁਤ ਗੰਭੀਰਤਾ ਨਾਲ ਲਈਏ ਤੇ ਬਹੁਤ ਸੰਜੀਦਗੀ ਦੇ ਨਾਲ ਵੀ ਲਾਜ਼ਮੀ ਤੌਰ ਤੇ ਇਸ ਪੂਰੇ ਮੁੱਦੇ ਦੇ ਉੱਤੇ ਜਾਣਕਾਰੀ ਇਕੱਠੀ ਕਰਨ ਦੀ ਵੀ ਕੋਸ਼ਿਸ਼ ਕਰੀਏ। ਔਰ ਸਾਡੀ ਇਹ ਜ਼ਿੰਮੇਵਾਰੀ ਹੈ ਕਿ ਅਸੀਂ ਬਹੁਤ ਸੰਜੀਦਗੀ ਦੇ ਨਾਲ ਹਰ ਇੱਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਈਏ। ਇਹ ਤਸਵੀਰਾਂ ਵੀ ਅਸੀਂ ਦਿਖਾ ਰਹੇ ਹਾਂ ਤਾਂ ਕਿ ਜਿਹੜੀਆਂ ਉੱਥੇ ਪੂਰਾ ਵਾਪਰਿਆ ਕੀ ਹੈ ਘਟਨਾਕ੍ਰਮ ਉਹ ਤੁਹਾਡੇ ਤੱਕ ਪਹੁੰਚੇ। ਇਹ ਸ਼ਖਸ ਉੱਥੇ ਅੰਦਰ ਵੜਦਾ ਹੈ, ਜੋ ਸ਼ਸਤਰ ਰੱਖੇ ਹੁੰਦੇ ਨੇ ਉਸ ਦੇ ਵਿੱਚੋਂ ਤਲਵਾਰ ਚੁੱਕਦਾ ਹੈ, ਉਸ ਤੋਂ ਪਹਿਲਾਂ ਕਿ ਅੱਗੇ ਵੱਧਦਾ ਗੁਰੂ ਗ੍ਰੰਥ ਸਾਹਿਬ ਜੀ ਤੱਕ ਪਹੁੰਚਦਾ। ਪਰ ਉੱਥੇ ਜਿਹੜੇ ਨੁਮਾਇੰਦੇ ਮੌਜੂਦ ਸੀ, ਉੱਥੇ ਜਿਹੜੇ ਪਾਠੀ ਮੌਜੂਦ ਜੋ ਪਾਠ ਕਰ ਰਹੇ ਸਨ, ਉਹਨਾਂ ਦੇ ਵਿੱਚੋਂ ਇੱਕ ਪਾਠੀ ਉੱਠਦਾ ਹੈ, ਉਸ ਦੇ ਵੱਲੋਂ ਉਸ ਸ਼ਖਸ ਨੂੰ ਪਿੱਛੇ ਧੱਕਾ ਦਿੱਤਾ ਜਾਂਦਾ ਹੈ, ਉਸ ਨੂੰ ਕਾਬੂ ਫਿਰ ਟਾਸਕ ਫੋਰਸ ਦੇ ਵੱਲੋਂ ਕਰ ਲਿਆ ਜਾਂਦਾ ਹੈ। ਤਾਂ ਫੌਰੀ ਤੌਰ ਤੇ ਹਾਰਡਲੀ
ਤੁਸੀਂ ਕਹਿ ਸਕਦੇ ਹੋ ਕਿ 5 ਤੋਂ 10 ਸੈਕਿੰਡ ਦਾ ਪੂਰਾ ਘਟਨਾਕ੍ਰਮ ਹੈ ਜੋ ਉੱਥੇ ਵਾਪਰਿਆ ਹੈ। ਪਰ ਬਹੁਤ ਵੱਡੀ ਗੱਲ ਹੈ ਕਿ ਦਰਬਾਰ ਸਾਹਿਬ ਦੇ ਵਿੱਚ, ਦਰਬਾਰ ਸਾਹਿਬ ਵਰਗੀ ਪਵਿੱਤਰ ਥਾਂ ਜਿੱਥੇ ਹਰ ਧਰਮ ਦੇ ਲੋਕ ਜਾ ਕੇ ਨਤਮਸਤਕ ਹੁੰਦੇ ਨੇ, ਤਾਂ ਉਸ ਥਾਂ ਦੇ ਉੱਤੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ। ਉਸ ਦੇ ਮਨਸੂਬੇ ਕੀ ਸੀ, ਆਖਿਰ ਕਿਉਂ ਇਹ ਸ਼ਖਸ ਉੱਥੇ ਪਹੁੰਚਿਆ ਸੀ, ਕਿਸ ਨੇ ਭੇਜਿਆ ਸੀ, ਕਿ ਸਿਰਫ ਇੱਕ ਮੋਹਰਾ ਹੈ, ਇਸ ਦੇ ਪਿੱਛੇ ਕੋਈ ਹੋਰ ਹੈ, ਕੋਈ ਹੋਰ ਚਿਹਰਾ ਹੈ ਜਿਸ ਦੇ ਵੱਲੋਂ ਇਹ ਪੂਰੀ ਸਾਜ਼ਿਸ਼ ਨੂੰ ਘੜਿਆ ਗਿਆ ਸੀ। ਬਹੁਤ ਸਾਰੇ ਸਵਾਲ ਨੇ। ਹਾਲਾਂਕਿ ਇਸ ਸ਼ਖਸ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਗਿਆ ਹੈ। ਸ਼ਖਸ ਦੀ ਮੌਤ ਹੋ ਚੁੱਕੀ ਹੈ, ਤਾਂ ਉਹ ਕੌਣ ਸੀ, ਕਿੱਥੋਂ ਆਇਆ ਸੀ, ਕਿਸ ਨੇ ਭੇਜਿਆ ਸੀ, ਇਹ ਸਾਰੇ ਤੱਥ ਤਾਂ ਤਕਰੀਬਨ ਸ਼ਾਇਦ ਨਹੀਂ ਪਤਾ ਲੱਗ ਸਕਣਗੇ ਉਸ ਦੀ ਜ਼ੁਬਾਨੀ, ਪਰ ਜਾਂਚ ਦੇ ਜ਼ਰੀਏ ਜ਼ਰੂਰ ਸਾਹਮਣੇ ਆਉਣਗੇ। ਸੂਬੇ ਦੇ ਗ੍ਰਹਿ ਮੰਤਰੀ ਨਿਊਜ਼ 18 ਪੰਜਾਬ ਦੇ ਉੱਤੇ ਆ ਕੇ ਇਸ ਚੀਜ਼ ਦਾ ਜ਼ਿਕਰ ਕਰਕੇ ਗਏ ਨੇ ਕਿ ਜੜ ਤੱਕ ਜਾਵਾਂਗੇ ਇਸ ਪੂਰੇ ਮਾਮਲੇ ਦੇ ਉੱਤੇ। ਪੁਲਿਸ ਦੇ ਵੱਡੇ ਅਧਿਕਾਰੀ ਇਸ ਸਮੇਂ ਮੌਕੇ ਦੇ ਉੱਤੇ ਨੇ। ਉੱਥੇ ਜੋ ਪੂਰਾ ਘਟਨਾਕ੍ਰਮ ਵਾਪਰਿਆ, ਪੁਲਿਸ ਕਮਿਸ਼ਨਰ ਵੀ ਪਹੁੰਚੇ ਨੇ ਉੱਥੇ। SGPC ਦੇ ਨਾਲ ਵੀ ਲਾਜ਼ਮੀ ਤੌਰ ਤੇ ਤਾਲਮੇਲ ਹੋਵੇਗਾ ਕਿ ਇਸ ਪੂਰੀ ਘਟਨਾ ਦੇ ਵਿੱਚ ਕੀ ਕੁਝ ਹੁੰਦਾ ਹੈ। ਤਾਂ ਗੁੱਸੇ ਦੇ ਵਿੱਚ ਆਈ ਭੀੜ ਦੇ ਵੱਲੋਂ ਕਤਲ ਉਸ ਸ਼ਖਸ ਦਾ ਕਰ ਦਿੱਤਾ ਗਿਆ ਹੈ। ਸਾਡੇ ਨਾਲ ਇਸ ਸਮੇਂ ਜਥੇਦਾਰ ਧਿਆਨ ਸਿੰਘ ਮੰਡ ਜੀ ਜੁੜ ਰਹੇ ਨੇ। ਮੰਡ ਸਾਹਿਬ, ਸਵਾਗਤ ਹੈ। ਬਹੁਤ ਮੰਦਭਾਗੀ ਘਟਨਾ ਵਾਪਰੀ ਹੈ, ਬੜਾ ਚਿੰਤਾ ਦਾ ਪੰਜਾਬ ਦੇ ਲਈ ਇਸ ਸਮੇਂ ਤੁਸੀਂ ਕਹਿ ਸਕਦੇ ਹੋ ਕਿ ਇਹ ਵਿਸ਼ਾ ਹੈ। ਤੁਹਾਡਾ ਫਸਟ ਰਿਐਕਸ਼ਨ ਕਿ ਦਰਬਾਰ ਸਾਹਿਬ ਦੇ ਵਿੱਚ ਕੋਈ ਸੋਚ ਨਹੀਂ ਸਕਦਾ ਕਿ ਇਸ ਤਰੀਕੇ ਦੀ ਕੋਈ ਘਟਨਾ ਨੂੰ ਅੰਜਾਮ ਦੇਣ ਬਾਰੇ ਸੋਚਿਆ ਵੀ ਹੋਏਗਾ ਕਿਸੇ ਨੇ, ਜਾਂ ਕਿਸੇ ਨੇ ਕੋਸ਼ਿਸ਼ ਕੀਤੀ ਹੈ? ਦੇਖੋ, ਜਦੋਂ ਮੈਂ ਇਹ ਸਮਝਦਾ ਹਾਂ ਕਿ ਜਦੋਂ ਕਾਨੂੰਨ ਦੀ ਰਫ਼ਤਾਰ ਸੁਸਤ ਪੈ ਜਾਵੇ ਜਾਂ ਕਾਨੂੰਨ ਆਪਣਾ ਕੰਮ ਕਰਨਾ ਬੰਦ ਕਰ ਦੇਵੇ ਜਾਂ ਮੌਕੇ ਦੀ ਸਰਕਾਰ ਹਾਲਾਤਾਂ ਦੇ ਮੁਤਾਬਕ ਐਕਸ਼ਨ ਵਿੱਚ ਨਾ ਆਵੇ ਤੇ ਉਹ ਆਪਣਾ ਫਰਜ਼ ਨਾ ਨਿਭਾਵੇ, ਤੇ ਫਿਰ ਇਹੋ ਜਿਹੇ ਜਿਹੜੇ ਲੋਕ ਨੇ ਉਹਨਾਂ ਦਾ ਜਿਹੜਾ ਹੌਸਲਾ ਵੱਧਦਾ ਹੈ ਤੇ ਇਹ ਫਿਰ ਕੋਈ ਵੀ ਕੰਮ ਕਰ ਸਕਦੇ ਆ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪੰਜਾਬ ਦੇ ਵਿੱਚ ਹੋਣੀ, ਜਿੱਥੇ ਸਿੱਖਾਂ ਦਾ ਗੜ ਮੰਨਿਆ ਜਾਂਦਾ ਹੈ, ਜਿਹੜਾ ਸਿੱਖਾਂ ਦਾ ਹੋਮਲੈਂਡ ਹੈ, ਇਹ ਇੱਕ ਪੂਰੇ ਦੇਸ਼ ਵਾਸਤੇ ਬੜੀ ਖਤਰੇ ਦੀ ਘੰਟੀ ਸੀ। ਤੇ ਹੁਣ ਦਰਬਾਰ ਸਾਹਿਬ ਜਿਹੜਾ ਸਿੱਖਾਂ ਦਾ ਪਵਿੱਤਰ, ਜਿੱਥੇ ਸਭੇ ਥਾਵ ਨਹੀਂ ਤੁਧ ਜਿਹਾ, ਉੱਥੇ ਵੀ ਹੁਣ ਜਿਹੜਾ ਦੁਸ਼ਮਣ ਆ ਉਹ ਆਪਣੇ ਵਾਰ ਕਰਦਾ ਹੈ। ਤੇ ਮੈਂ ਹੁਣੇ ਇਹ ਸਾਰੀ ਕਾਰਵਾਈ ਵੇਖੀ, ਰਹਿਰਾ ਸਾਹਿਬ ਦਾ ਪਾਠ ਹੋ ਰਿਹਾ ਸੀ, ਜਦੋਂ ਇਸ ਦੁਸ਼ਟ ਨੇ ਇੰਨੀ ਵੱਡੀ ਹਿੰਮਤ ਕੀਤੀ, ਉਹਨੂੰ ਮੌਕੇ ਤੇ ਫੜਿਆ ਗਿਆ। ਔਰ ਸੰਗਤ ਨੇ ਤੇ SGPC ਨੇ ਜੋ ਇਹ ਕੰਮ ਕੀਤਾ, ਇਹ ਬੜਾ ਵਧੀਆ ਕੰਮ ਆ, ਕਿਉਂਕਿ ਇਹ ਹੁਣ ਸਿੱਖਾਂ ਦੀ ਮਜਬੂਰੀ ਬਣ ਗਈ ਹੈ ਕਿ ਆਪਣਾ ਜਿਹੜਾ ਕੰਮ ਆ ਉਹ ਖਾਲਸਾਈ ਰਵਾਇਤਾਂ ਦੇ ਮੁਤਾਬਕ ਕਰਨਾ ਜਿਹੜਾ ਉਹ ਸਿੱਖਾਂ ਦਾ ਫਰਜ਼ ਆ। ਤੇ ਮੈਂ ਜਿਹੜੇ ਵੀ ਸਿੰਘਾਂ ਨੇ ਇਹ ਕਾਰਵਾਈ ਕੀਤੀ ਆ, ਮੈਂ ਉਹਨਾਂ ਨੂੰ ਵਧਾਈ ਦੇਣੀ ਚਾਹੁੰਦਾ ਜੀ। ਹਾਂਜੀ ਮੰਡ ਸਾਹਿਬ, ਤੁਸੀਂ ਜ਼ਿਕਰ ਕਰ ਰਹੇ ਹੋ ਕਿ ਜੇ ਸਰਕਾਰਾਂ ਇਸ ਤਰੀਕੇ ਨਾਲ ਜਾਂ ਫਿਰ ਜੋ ਕਾਨੂੰਨ ਨਹੀਂ ਪੂਰੇ ਮਾਮਲੇ ਦੇ ਵਿੱਚ ਸਜ਼ਾ ਦੇ ਰਿਹਾ, ਉਸ ਦਾ ਇਹ ਨਤੀਜਾ ਹੈ ਕਿ ਭੀੜ ਵੀ ਇਸ ਤਰੀਕੇ ਨਾਲ ਗੁੱਸੇ ਦੇ ਵਿੱਚ ਆ ਕੇ ਕਦਮ ਚੁੱਕਦੀ ਹੈ। ਪਰ ਤੁਹਾਨੂੰ ਲੱਗਦਾ ਕਿ ਇਸ ਪੂਰੇ ਪਿੱਛੇ, ਮਾਮਲੇ ਦੇ ਪਿੱਛੇ ਕੋਈ ਸਾਜ਼ਿਸ਼ ਹੈ? ਚੋਣਾਂ ਦੇ ਗੇੜ ਦੇ ਵਿਚਾਲੇ, ਮੌਸਮ ਦੇ ਵਿਚਾਲੇ, ਚੋਣਾਂ ਦੇ ਮੌਸਮ ਦੇ ਵਿਚਾਲੇ ਅਜਿਹੀ ਕੋਈ ਘਟਨਾ ਵਾਪਰਨੀ ਪੰਜਾਬ ਦੇ ਵਿੱਚ? ਬਿਲਕੁਲ ਜੀ, ਮੈਂ ਚੋਣਾਂ ਤਾਂ ਅੱਜ ਆ ਰਹੀਆਂ, ਪਰ ਇਸ ਤੋਂ ਪਹਿਲਾਂ ਵੀ ਬੇਅਦਬੀ ਹੋਈ ਹੈ ਤੇ ਉਹਦੇ ਆੜ ਦੇ ਵਿੱਚ ਸਰਕਾਰਾਂ ਵੀ ਬਣੀਆਂ ਨੇ, ਹਨਾ। ਪਰ ਕਿਸੇ ਨੇ ਵੀ ਇਹਨੂੰ ਗੰਭੀਰਤਾ ਦੇ ਨਾਲ ਨਹੀਂ ਲਿਆ। ਮੈਂ ਸਮਝਦਾ ਹੈ ਕਿ ਜਦੋਂ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਤੇ ਉਦੋਂ ਇਹ ਘਟਨਾ ਵਾਪਰੀ, ਜਿਹੜੀ ਕਿ ਪੰਥ ਦੀ ਸਰਕਾਰ ਮੰਨੀ ਜਾਂਦੀ ਸੀ। ਅਗਰ ਉਦੋਂ ਆਪਣੀ ਜ਼ਿੰਮੇਵਾਰੀ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨਿਭਾਉਂਦੀ ਜੀ ਤੇ ਮੈਨੂੰ ਨਹੀਂ ਲੱਗਦਾ ਸੀ ਕਿ ਕਿਸੇ ਦੀ ਇਸ ਤਰ੍ਹਾਂ ਕੋਈ ਹਿੰਮਤ ਪੈਂਦੀ। ਉਦੋਂ ਪੂਰੇ ਮੌਕੇ ਦੇ ਉੱਤੇ ਪੜਤਾਲ ਕਰਕੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਸਜ਼ਾ ਮਿਲਦੀ ਤੇ ਕਾਨੂੰਨ ਜਿਹੜਾ ਉਹਨਾਂ ਨੂੰ ਆਪਣੇ ਸਕੰਜੇ ਵਿੱਚ ਕੱਸਦਾ। ਪਰ ਵੋਟ ਦਾ ਰਾਜ ਕਰਕੇ ਇਹ ਸਾਰਾ ਕੁਝ ਦਬਾਇਆ ਗਿਆ ਜੀ, ਔਰ ਅੱਜ ਤੱਕ ਇਹਦੇ ਉੱਤੇ ਰਾਜਨੀਤੀ ਹੋ ਰਹੀ ਹੈ। ਬਿਲਕੁਲ, ਤਾਂ ਰਾਜਨੀਤੀ ਕਿਤੇ ਨਾ ਕਿਤੇ ਹੋਈ ਹੈ ਮੰਡ ਸਾਹਿਬ, ਪਰ ਉਮੀਦ ਕਰਦੇ ਹਾਂ ਕਿ ਸੱਚ ਸਾਹਮਣੇ ਆਵੇ ਇਸ ਪੂਰੇ ਮਾਮਲੇ ਦੇ ਵਿੱਚ ਕਿ ਆਖਿਰ ਇਸ ਦੇ ਪਿੱਛੇ ਕੌਣ ਸੀ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਇਸ ਸਮੇਂ ਸਾਡੇ ਨਾਲ ਹਰਜਿੰਦਰ ਸਿੰਘ ਧਾਮੀ ਜੀ ਜੁੜ ਰਹੇ ਨੇ, SGPC ਦੇ ਪ੍ਰਧਾਨ ਨੇ। ਸਵਾਗਤ ਹੈ ਧਾਮੀ ਸਾਹਿਬ। ਪਹਿਲਾਂ ਜਾਣਨਾ ਚਾਹੇਗੀ ਸੰਗਤ ਤੁਹਾਡੇ ਜ਼ਰੀਏ, ਕਿਉਂਕਿ ਤੁਹਾਡੇ ਕੋਲ ਪੂਰੀ ਜਾਣਕਾਰੀ ਪਹੁੰਚੀ ਹੋਏਗੀ ਕਿ ਆਖਿਰ ਉੱਥੇ ਹੋਇਆ ਕੀ ਕੁਝ ਹੈ, ਜੇਕਰ ਦਰਸ਼ਕਾਂ ਤੱਕ ਪਹੁੰਚਾ ਸਕੋ ਕਿ ਉੱਥੇ ਕੀ ਕੁਝ ਵਾਪਰਿਆ, ਇਹ ਪੂਰਾ ਘਟਨਾਕ੍ਰਮ ਕਿਵੇਂ ਵਾਪਰਿਆ ਉੱਥੇ?
ਦੇਖੋ ਅੱਜ ਸੋਦਰ ਦਾ ਪਾਠ ਚੱਲਦਾ ਸੀਗਾ। ਸੋਦਰ ਦੇ ਪਾਠ ਵੇਲੇ ਸਾਡੇ ਸੇਵਾਦਾਰ ਵੀ ਬਹਿ ਜਾਂਦੇ ਆ, ਸਾਰੇ ਬੈਠੇ ਸੀ, ਸੰਗਤ ਨਮਸਕਾਰ ਕਰ ਰਹੀ ਸੀ ਜੀ। ਇਹ ਬੰਦਾ ਸੰਗਤ ਦੇ ਵਿੱਚ ਹੀ ਆਇਆ, ਇੱਕਦਮ ਜੰਗਲੇ ਤੇ ਚੜ੍ਹ ਕੇ ਇਹਨੇ ਯਕਦਮ ਸ੍ਰੀ ਸਾਹਿਬ ਚੱਕ ਲਏ, ਉੱਥੇ ਜਿਹੜੀ ਸਤਿਗੁਰੂ ਜੀ ਦੇ ਸਨਮੁਖ ਪਈ ਹੁੰਦੀ ਹੈ ਜੀ। ਉਹ ਫਿਰ ਉਹ ਚੱਕ ਕੇ ਉਹਨੇ ਜਦ ਨੂੰ ਜਿਲੇ ਅੰਦਰ ਵੜਿਆ, ਉਸ ਲਈ ਸਾਡੇ ਕੁਦਰਤੀ ਉੱਥੇ ਚੌੜ ਬਰਦਾਰ ਸੀ, ਦੂਜੇ ਸੀ, ਉਹਨੇ ਫਿਰ ਇੱਕਦਮ ਇਹਨੂੰ ਦਬੋਚ ਲਿਆ ਜੀ। ਦਬੋਚ ਕੇ, ਕਿਉਂਕਿ ਇਹਨੇ ਬੜੀ ਵੱਡੀ ਇਹ ਘਟਨਾ ਨੂੰ ਅੰਜਾਮ ਦੇਣਾ ਸੀ, ਪਰ ਮੈਂ ਸਤਿਗੁਰੂ ਜੀ ਦਾ ਸ਼ੁਕਰਗੁਜ਼ਾਰ ਹਾਂ ਕਿ ਸਤਿਗੁਰੂ ਜੀ ਤੇ ਆਂਚ ਨਹੀਂ ਆਈ, ਕੋਈ ਬੇਅਦਬੀ ਨਾ ਹੋ ਸਕੀ ਇਹਦੇ ਕੋਲੋਂ। ਤੇ ਉਸ ਵੇਲੇ ਸਾਡੀ ਜਿਹੜੇ ਉਸੇ ਅੰਦਰ ਸੀਗੇ ਟਾਸਕ ਫੋਰਸ ਦੇ ਸਾਡੇ ਸੇਵਾਦਾਰ ਸੀ, ਉਹਨੇ ਫਿਰ ਇਹਨੂੰ ਚੱਕ ਲਿਆ ਤੁਰੰਤ ਹੀ ਉਸੇ ਵੇਲੇ ਜੀ। ਅੰਦਰੋਂ ਚੱਕ ਕੇ ਫਿਰ ਇਹਨੂੰ ਬਾਹਰ ਸਿੱਟਿਆ, ਤੇ ਬਾਹਰ ਤਾਂ ਫਿਰ ਲੋਕਾਂ ਦਾ ਜੋ ਹੁੰਦਾ ਹੀ ਆ, ਤੁਹਾਨੂੰ ਪਤਾ ਹੀ ਆ ਸਾਰਾ ਕੁਝ। ਇਹ ਪਤਾ ਲੱਗ ਸਕੇ ਜੀ ਕੌਣ ਹੈ, ਕਿੱਥੋਂ ਆਇਆ ਸੀ ਸ਼ਖਸ, ਕਿੱਥੋਂ ਦਾ ਰਹਿਣ ਵਾਲਾ? ਇਹਦੇ ਬਾਰੇ ਕੋਈ ਨਹੀਂ ਪਤਾ ਲੱਗਾ। ਪੁਲਿਸ ਡੈਡ ਬੋਡੀ ਲੱਗ ਗਈ ਆ, ਹੁਣ ਪੁਲਿਸ ਨੂੰ ਪਤਾ ਲਾਊਗੀ ਕਿੱਥੇ ਦਾ ਹੈਗਾ ਇਹ ਰਹਿਣ ਵਾਲਾ ਜੀ। ਸਾਡੇ ਕੋਲ ਕਿਉਂਕਿ ਕੋਈ ਇਦਾਂ ਦੀ ਹੈ ਨਹੀਂ ਇਨਫੋਰਮੇਸ਼ਨ ਵੀ ਕਿੱਥੋਂ ਆਇਆ ਕਿੱਥੇ ਗਿਆ। ਤੇ ਕੋਈ ਜਾਣਕਾਰੀ ਤੁਹਾਡੇ ਕੋਲ ਮਿਲੀ ਹੋਵੇ ਕਿ ਉਸੇ ਸਮੇਂ ਦਰਬਾਰ ਸਾਹਿਬ ਦੇ ਵਿੱਚ ਪਹੁੰਚਿਆ ਸੀ ਜਾਂ ਪਹਿਲਾਂ ਤੋਂ ਪਹੁੰਚਿਆ ਹੋਇਆ ਸੀ? ਕਿਉਂਕਿ ਸਿਮਰਨ ਕਰਦੀ ਆ ਅੰਦਰ ਬੈਠ ਕੇ। ਉਹ ਮੈਂ ਜੀ ਸਾਰੇ ਹੁਣ ਸੀਸੀਟੀਵੀ ਫੁਟੇਜ ਸਾਰਾ ਦੇਖ ਰਹੇ ਅਸੀਂ ਜੀ, ਉਹਦੇ ਤੋਂ ਅਸੀਂ ਸਾਰੀ ਤਹਿਕੀਕਾਤ ਕਰਕੇ ਕਦੋਂ ਅੰਦਰ ਵੜਿਆ, ਕਿੱਧਰੋਂ ਆਇਆ, ਇਹਦੇ ਨਾਲ ਹੋਰ ਕੋਈ ਬੰਦਾ ਸੀ, ਉਹ ਸਾਰੀ ਅਸੀਂ ਤਹਿਕੀਕਾਤ ਆਪਣੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਵਿੱਚੋਂ ਦੇਖ ਰਹੇ ਹਾਂ ਜੀ। ਤੁਹਾਡੀ ਪੁਲਿਸ ਦੇ ਨਾਲ ਗੱਲਬਾਤ ਹੋਈ? ਪੁਲਿਸ ਦੇ ਅਧਿਕਾਰੀ ਗ੍ਰਹਿ ਮੰਤਰੀ ਨਾਲ ਸਾਡੀ ਗੱਲ ਹੋ ਰਹੀ ਸੀ, ਉਹ ਕਹਿੰਦੇ ਉੱਥੇ ਪੁਲਿਸ ਕਮਿਸ਼ਨਰ ਪਹੁੰਚੇ ਹੋਏ ਨੇ, ਐਸਜੀਪੀਸੀ ਨਾਲ ਤਾਲਮੇਲ ਕਰ ਰਹੇ ਨੇ, ਗੱਲਬਾਤ ਕਰ ਰਹੇ ਨੇ। ਪੁਲਿਸ ਇੱਕ ਐਸਪੀ ਸਰਦਾਰ ਹਰਪਾਲ ਸਿੰਘ ਮੇਰੇ ਹੁੰਦੇ ਆਏ ਸੀਗੇ ਉਸ ਵੇਲੇ ਜੀ। ਮੈਂ ਫਿਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਅੰਦਰ ਚਲੇ ਗਿਆ ਸੀ ਨਮਸਕਾਰ ਕਰਨ। ਉਸ ਤੋਂ ਬਾਅਦ ਮੇਰੇ ਨਾਲ ਹਾਲੇ ਕਿਸੇ ਦਾ ਸੰਪਰਕ ਨਹੀਂ ਪੁਲਿਸ ਦਾ ਹੋਇਆ ਜੀ। ਪ੍ਰਧਾਨ ਸਾਹਿਬ, ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਪੂਰੀ ਘਟਨਾ ਨੂੰ? ਕਿਉਂਕਿ ਪੰਜਾਬ ਦੇ ਵਿੱਚ ਚੋਣਾਂ ਨੇ, ਕਈ ਪੋਲੀਟੀਕਲ ਲੀਡਰ ਸਾਡੇ ਨਾਲ ਜੁੜੇ ਤੇ ਉਹ ਕਹਿੰਦੇ ਨੇ ਕਿ ਤਾਂ ਬਹੁਤ ਵੱਡੀ ਸਾਜ਼ਿਸ਼ ਕੋਈ ਨਜ਼ਰ ਆ ਰਹੀ ਹੈ। ਦੇਖੋ ਮੈਂ ਹੁਣੇ ਆ ਤੁਹਾਡੇ ਮੰਡ ਸਾਹਿਬ ਦਾ ਸੁਣ ਰਿਹਾ ਸੀਗਾ ਜੀ, ਭਈ ਜੇ 5 ਸਾਲ ਪਹਿਲਾਂ ਸਾਡੀ ਸਰਕਾਰ ਸੀ ਅਕਾਲੀ, ਉਹਨੂੰ ਆਪਾਂ ਦੋਸ਼ੀ ਅੱਜ ਵੀ ਠਹਿਰਾਈਆਂ ਨੇ। ਆ 5 ਸਾਲ ਜਿਹੜੀ ਨਵੀਂ ਸਰਕਾਰ ਇਹਨਾਂ ਦੀ ਇਹਨੇ ਕੀ ਕੀਤਾ ਉਹਦੇ ਬਾਰੇ, ਬੇਅਦਬੀ ਬਾਰੇ ਜੀ। ਔਰ ਬੇਅਦਬੀਆਂ ਰੁਕੀਆਂ ਨੇ, ਬੇਅਦਬੀਆਂ ਜਿਹੜੀਆਂ ਹੁਣ ਤਾਂ ਸਿਰਾ ਹੀ ਲੱਗ ਗਿਆ ਜੀ। ਪਹਿਲਾਂ ਆਪਣੇ ਤਖਤ ਕੇਸਗੜ੍ਹ ਸਾਹਿਬ ਤੇ ਹੋਈ, ਹੁਣ ਇੱਥੇ ਹੋਈ। ਇਹ ਤਾਂ ਮੈਨੂੰ ਲੱਗਦਾ ਇੱਕ ਸੋਚੀ ਸਮਝੀ ਸਾਜ਼ਿਸ਼ 5 ਸਾਲ ਪਹਿਲਾਂ ਵੀ ਸੀ, ਉਹੀ ਸਾਜ਼ਿਸ਼ ਜਿਹੜੀ ਹੁਣ ਚੱਲ ਰਹੀ ਆ। ਜੇ ਸਰਕਾਰ ਸੁਹਿਰਦ ਹੋਵੇ ਤੇ ਸਰਕਾਰ ਨੂੰ ਅਸੀਂ 3 ਦਿਨ ਪਹਿਲਾਂ ਸਾਡੇ ਇੱਥੇ ਇੱਕ ਹੋਈ ਘਟਨਾ, ਇਹਨਾਂ ਨੇ ਆਪਣੇ ਇੱਕ ਜੈਂਟਲਮੈਨ ਨੇ ਆਪਣੇ ਕਹਿ ਲਓ ਵੀ ਉਹ ਸੋ ਕਾਲਡ ਅਕਿਊਜ਼ ਜਿਹੜਾ ਉਹਨੇ ਚੱਕ ਕੇ ਆਪਣੇ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਪਵਿੱਤਰ ਗੁਟਕਾ ਸਿੱਟਿਆ, ਉਹ ਅਸੀਂ ਉਸ ਵੇਲੇ ਟਾਸਕ ਫੋਰਸ ਨੇ ਦਬੋਚ ਲਿਆ ਉਹਨੂੰ ਜੀ। ਸੋ ਇਹ ਤਾਂ ਮੈਨੂੰ ਲੱਗਦਾ ਕਿ ਇੱਕ ਵੱਡੀ ਬਹੁਤ ਵੱਡੀ ਸਾਜ਼ਿਸ਼ ਆ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿੱਥੇ ਸਿੱਖ ਆ ਕੇ ਆਪਣੇ ਚਰਨ ਧੂੜ ਲੈਂਦਾ ਗੁਰੂ ਸਾਹਿਬ ਦੀ ਸੰਗਤਾਂ ਦੀ, ਤੇ ਉੱਥੇ ਜੇ ਪੈਣ ਲੱਗ ਪਏ ਤਾਂ ਫਿਰ ਸਾਡੇ ਕੋਲ ਕੌਮ ਦੇ ਮੁਲਕ ਫਿਰ ਰਾਹ ਕੀ ਆ? ਫਿਰ ਤਾਂ ਰਾਹ ਆਹੀ ਆ ਜੋ ਲੋਕਾਂ ਨੇ ਕੀਤਾ, ਉਹ ਹੀ ਰਾਹ ਆਵੇ। ਤੁਹਾਨੂੰ ਵੀ ਲੱਗਦਾ ਕਿ ਜੇ 2015 ਵਾਲੇ ਮਾਮਲੇ 'ਚ ਇਨਸਾਫ ਹੋ ਗਿਆ ਹੁੰਦਾ ਤਾਂ ਇੱਕ ਮੈਸੇਜ ਚਲਿਆ ਜਾਂਦਾ ਤਾਂ ਅਜਿਹੀਆਂ ਘਟਨਾਵਾਂ ਨੂੰ ਕੋਈ ਅੰਜਾਮ ਦੇਣ ਦੀ ਕੋਸ਼ਿਸ਼ ਨਾ ਕਰਦਾ, ਸੋਚਦਾ ਵੀ ਨਾ? ਦੇਖੋ 2015 ਵਾਲੀ ਜਿਹੜੀ ਕਹਾਣੀ, ਉਸ ਤੋਂ ਬਾਅਦ ਕਿਉਂਕਿ ਕਦੇ ਸੀਬੀਆਈ ਕੋਲ ਚਲ ਗਈ, ਕਦੇ ਐਸਆਈਟੀ ਬਣ ਗਈ ਜੀ। ਐਸਆਈਟੀ ਬਣਨ ਤੋਂ ਬਾਅਦ ਹੋਰ ਸਾਰੇ ਵਿਵਾਦ ਸਾਰੇ ਚੱਲਦੇ ਰਹੇ। ਜੇ ਸਮੇਟ ਲੈਂਦੇ ਚਲੋ ਸਾਨੂੰ ਤਾਂ ਜੇ ਕਹਿੰਦੇ ਪਈ ਨਹੀਂ ਅਣਗਹਿਲੀ ਕੀਤੀ ਆ, ਤੇ ਇਹ 5 ਸਾਲ ਜਿਹੜੇ ਬੈਠੇ ਆ ਹੁਣ ਰਾਜ ਸ਼ਾਸਕ, ਇਹਨਾਂ ਨੇ ਕੀ ਅਣਗਹਿਲੀ, ਇਹਨਾਂ ਨੇ ਇਹਦੀ ਕੌਣ ਜਵਾਬਦੇਹੀ ਕਰੂਗਾ ਜੀ? ਇਹਨਾਂ ਕੋਲ ਵੀ ਲੋਕ ਸਵਾਲ ਪੁੱਛਣਗੇ ਨਾ ਵੀ ਤੁਸੀਂ 5 ਸਾਲਾਂ ਦੇ ਵਿੱਚ ਜਿਸ ਪਵਿੱਤਰ ਗੁਟਕੇ ਦੀ ਸਹੁੰ ਖਾ ਕੇ ਆਪਾਂ ਤੁਰੇ ਸੀ ਵੀ ਆਪਾਂ ਬੇਅਦਬੀ ਦਾ ਪਤਾ ਲਾਵਾਂਗੇ, ਤੇ 5 ਸਾਲਾਂ 'ਚ ਇਹ ਬੇਅਦਬੀ ਵਾਲਾ ਕੀ ਪਤਾ ਲਾ ਸਕੇ ਜੀ। ਸੋ ਇਸ ਕਰਕੇ ਮੈਂ ਤਾਂ ਸਮਝਦਾ ਵੀ ਸਾਜ਼ਿਸ਼ ਆ ਬਹੁਤ ਵੱਡੀ ਇਹ, ਕਿਉਂਕਿ ਚੋਣਾਂ ਆ ਰਹੀਆਂ ਮੌਕੇ ਦੇ ਉੱਤੇ, ਤੇ ਸ਼੍ਰੋਮਣੀ ਕਮੇਟੀ ਨੂੰ ਵੀ ਪ੍ਰਬੰਧ ਨੂੰ ਵਿੱਚ ਸਿੱਧੀ ਦਖਲਅੰਦਾਜ਼ੀ ਤੇ ਪਲੱਸ ਲੋਕਾਂ ਦੀ ਜਿਹੜੀਆਂ ਭਾਵਨਾਵਾਂ ਉਹਨਾਂ ਨੂੰ ਵੀ ਠੇਸ ਪਹੁੰਚਾਈ ਜਾ ਰਹੀ ਹੈ। ਹਰਜਿੰਦਰ ਧਾਮੀ ਜੀ, ਤੁਸੀਂ ਜਿਹੜੀ ਘਟਨਾਕ੍ਰਮ ਇਸ ਕੋਸ਼ਿਸ਼ ਤੋਂ ਬਾਅਦ ਵਾਪਰਿਆ, ਉਸ ਸ਼ਖਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਉਸ ਨੂੰ ਕਿਵੇਂ ਦੇਖ ਰਹੇ ਹੋ? ਕਿਉਂਕਿ ਕਿਤੇ ਨਾ ਕਿਤੇ ਉਸ ਸ਼ਖਸ ਦੀ ਮੌਤ ਦੇ ਨਾਲ ਬਹੁਤ ਸਾਰੇ ਰਾਜ਼ ਵੀ ਦਫਨ ਹੋ ਗਏ। ਦੇਖੋ ਮੇਰੀ ਗੱਲ ਸੁਣੋ, ਕਿਉਂਕਿ ਰਾਜਾਂ ਦੀ ਨਹੀਂ, ਲੋਕ ਕੋਈ ਵੀ ਰਾਜ ਦਫਨ ਹੋਣ ਦੀ ਕੋਈ ਪਰਵਾਹ ਨਹੀਂ ਕਰਦਾ ਹੁੰਦਾ। ਜਿਸਲੇ ਗੁਰੂ ਪ੍ਰਤੀ ਹੋ ਜਾਵੇ ਫਿਰ ਲੱਗਦਾ ਆਪਣੀ ਜਾਨ ਦੀ ਨਹੀਂ ਪਰਵਾਹ ਕਰਦਾ, ਕਿਸੇ ਦੀ ਤਾਂ ਕੀ ਕਰਨੀ, ਕਿਉਂਕਿ ਉਸ ਵੇਲੇ ਜਜ਼ਬਾਤੀ ਮਾਹੌਲ ਹੀ ਇੰਨਾ ਹੁੰਦਾ। ਜਿਸ ਹਿਸਾਬ ਨਾਲ ਉਹਨੇ ਉਹ ਘਟਨਾ ਕੀਤੀ ਆ, ਉੱਥੇ ਤਾਂ ਕਿਸੇ ਦਾ ਵੀ ਖੂਨ, ਤੁਸੀਂ ਵੀ ਹੁੰਦੇ ਤਾਂ ਤੁਸੀਂ ਵੀ ਕਹਿਣਾ ਸੀ ਮੈਨੂੰ ਚੱਕੋ ਬਈ। ਇਹ ਤਾਂ ਕਿਉਂਕਿ ਜਜ਼ਬਾਤਾਂ ਦੇ ਨਾਲ ਨਹੀਂ, ਇਹ ਗੁਰੂ ਸਾਹਿਬ ਦੀ ਬੇਅਦਬੀ ਦੇ ਨਾਲ ਸੰਬੰਧਿਤ ਆ, ਤੇ ਜਿਸ ਹਿਸਾਬ ਨਾਲ ਉਹ ਆਇਆ ਤੇ ਉਸ ਹਿਸਾਬ ਦਾ ਤਾਂ ਉਹ ਜਿਹੜਾ ਉੱਤਰ ਵੀ ਨਹੀਂ ਦੇ ਦਿੱਤਾ ਸਾਰਿਆਂ ਨੇ। ਧਾਮੀ ਸਾਹਿਬ, ਇਕੱਲਾ ਸੀ ਬੰਦਾ ਜਾਂ ਇਸ ਦੇ ਨਾਲ ਵੀ ਕੋਈ ਸੀ, ਅਜਿਹੀ ਕੋਈ ਜਾਣਕਾਰੀ? ਇਹ ਦੇਖੋ ਉੱਥੇ ਜਿਹੜੀ ਮੈਂ ਸੀਸੀ ਫੁਟੇਜ ਜਿਹੜੀ ਕਿ ਦੇਖੀ ਆ, ਉਹਦੇ ਮੁਤਾਬਕ ਉਹ ਇਕੱਲਾ ਸੀਗਾ, ਪਰ ਇਹਦੀ ਅਸੀਂ ਸਾਰੀ ਘੋਖ ਕਰ ਰਹੇ ਹਾਂ। ਸਾਰੇ ਮੈਂ ਉਹ ਆਪਣੇ EMPLOYEES ਲਾਏ ਆ ਵੀ ਕਦੋਂ ਦਾ ਬੜਿਆ ਦਰਬਾਰ ਸਾਹਿਬ, ਇਹਦੇ ਨਾਲ ਕੋਈ ਹੋਰ ਬੰਦਾ ਸੀਗਾ,
ਉਹ ਸਾਰੀ ਅਸੀਂ ਤਹਿਕੀਕਾਤ ਕਰਕੇ ਸਵੇਰੇ ਸਾਰੀ ਇਹਦੀ ਫਿਰ ਇੱਕ ਨਵਾਂ ਜਿਹੜਾ ਆ ਉਹ ਸਾਰਾ ਇਸ ਘਟਨਾਕ੍ਰਮ ਦਾ ਫਿਰ ਤੁਹਾਨੂੰ ਵੇਰਵਾ ਦੇਵਾਂਗੇ। ਨਹੀਂ ਤਾਂ ਅਮਿਤ ਸਾਹਿਬ, ਬਹੁਤ ਸਾਰੇ ਲੋਕ ਹਜ਼ਾਰਾਂ ਦੀ ਲੱਖਾਂ ਦੀ ਤਾਦਾਦ 'ਚ ਦਰਬਾਰ ਸਾਹਿਬ ਪਹੁੰਚਦੇ ਨੇ। ਇਸ ਤੋਂ ਪਹਿਲਾਂ ਕਿਸੇ ਨੇ ਕੋਈ ਨੋਟਿਸ ਕੀਤਾ ਹੋਵੇ ਇਸ ਸ਼ਖਸ ਨੂੰ, ਅਜਿਹੀ ਕੋਈ ਜਾਣਕਾਰੀ ਤੁਹਾਡੇ ਤੱਕ ਪਹੁੰਚੀ ਹੋਵੇ? ਨਹੀਂ, ਇਹਨੂੰ ਨੋਟਿਸ ਦੀ ਨਹੀਂ ਕੋਈ ਇਦਾਂ ਦੀ ਮੇਰੇ ਤਾਂ ਹਾਲੇ ਤੱਕ ਨਹੀਂ, ਹੁਣ ਤੱਕ ਨਹੀਂ ਮੇਰੇ ਕੋਲ ਆਈ ਇਦਾਂ ਦੀ ਜਾਣਕਾਰੀ। ਤੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਇਸ ਪੂਰੇ ਮਾਮਲੇ ਦੇ ਵਿੱਚ? ਸਰਕਾਰ ਤੋਂ ਮੰਗ ਕਰਦੇ ਆ ਵੀ ਕਿਉਂਕਿ ਧਾਰਮਿਕ ਜਿਹੜੇ ਸਥਾਨ ਆ ਇਹ ਲੋਕ ਇੱਥੇ ਤਾਂ ਸੁਰੱਖਿਆ ਲੈਣ ਆਉਂਦੇ ਆ, ਤੇ ਜੇ ਇੱਥੇ ਆਪਾਂ ਸੁਰੱਖਿਅਤ ਹੋ ਗਏ ਜੀ ਤੇ ਫਿਰ ਆਪਾਂ ਕਿੱਥੇ ਜਾ ਕੇ ਲੇਖਾ ਦੇਵਾਂਗੇ। ਸਰਕਾਰ ਇਸ ਪ੍ਰਤੀ ਪ੍ਰੇਰਿਤ ਹੋਵੇ। ਅਸੀਂ ਹੁਣ ਆਪਣੀ ਟਾਸਕ ਫੋਰਸ ਵੱਧ ਤੋਂ ਵੱਧ ਲਾ ਰਹੇ ਹਾਂ ਸਾਰਿਆਂ ਗੁਰਦੁਆਰਾ ਸਾਹਿਬਾਨਾਂ 'ਚ, ਤੇ ਮੈਂ ਤਾਂ ਸਮੁੱਚੇ ਤੌਰ ਤੇ ਸਾਰੇ ਜਿੰਨੇ ਵੀ ਪੰਜਾਬ ਦੇ ਗੁਰਦੁਆਰਾ ਸਾਹਿਬਾਨ ਇਹਨਾਂ ਦੇ ਪ੍ਰਬੰਧਕ ਕਰਤਾ ਨੂੰ ਬੇਨਤੀ ਕਰੂੰਗਾ ਵੀ ਇੱਕ ਇੱਥੇ ਦੀ ਨਹੀਂ ਘਟਨਾ, ਕਿਤੇ ਵੀ ਕਿਸੇ ਪਾਸੇ ਘਟਨਾ ਐਵੇਂ ਦੀ ਕਰ ਸਕਦੇ। ਸਾਰੇ ਆਪਾਂ ਆਪਣੀਆਂ ਡਿਊਟੀਆਂ ਸਹੀ ਨਿਭਾਈਏ, ਗੁਰੂ ਘਰਾਂ ਦੀ ਜਿਹੜੀ ਆ ਰੱਖਿਆ ਉਹ ਚੰਗੇ ਢੰਗ ਦੇ ਨਾਲ ਕਰੀਏ ਤਾਂ ਕਿ ਇਹੋ ਜਿਹੀ ਕੋਈ ਘਟਨਾ ਮੁੜ ਕੇ ਵਾਪਰੇ ਨਾ। ਜੀ ਸ਼ੁਕਰੀਆ ਧਾਮੀ ਜੀ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਇਹ ਬਹੁਤ ਚਿੰਤਾਜਨਕ ਲਾਜ਼ਮੀ ਤੌਰ ਤੇ ਘਟਨਾ ਵਾਪਰੀ ਹੈ ਜਿਹੜੀ ਦਰਬਾਰ ਸਾਹਿਬ ਦੇ ਵਿੱਚ ਅੱਜ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਹੈ। ਤਾਂ ਪੂਰਾ ਘਟਨਾਕ੍ਰਮ ਸਾਨੂੰ ਐਸਜੀਪੀਸੀ ਦੇ ਪ੍ਰਧਾਨ ਜੋ ਉੱਥੇ ਮੌਜੂਦ ਸਨ ਉਸ ਸਮੇਂ ਕੰਪਲੈਕਸ ਦੇ ਵਿੱਚ, ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਮੌਜੂਦ ਸਨ, ਤੇ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਸ਼ਖਸ ਅੰਦਰ ਵੜਦਾ ਹੈ ਤੇ ਜਿਹੜਾ ਜੰਗਲਾ ਸੀ ਉਸ ਨੂੰ ਟੱਪ ਕੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਰੱਖਿਆ ਉੱਥੇ ਪਹੁੰਚ ਗਿਆ। ਉੱਥੇ ਸੁਸ਼ੋਭਿਤ ਸੀ ਸ੍ਰੀ ਸਾਹਿਬ ਤੇ ਉਸ ਨੂੰ ਚੁੱਕ ਲਿਆ ਗਿਆ। ਇਸ ਤੋਂ ਪਹਿਲਾਂ ਕਿ ਉਹ ਆਪਣੀ ਕਿਸੇ ਜੋ ਸੋਚ ਕੇ ਆਇਆ ਸੀ ਉਸ ਘਟਨਾ ਨੂੰ ਅੰਜਾਮ ਦੇ ਪਾਉਂਦਾ, ਉਸ ਤੋਂ ਪਹਿਲਾਂ ਹੀ ਉਸ ਸ਼ਖਸ ਨੂੰ ਕਾਬੂ ਕਰ ਲਿਆ ਗਿਆ। ਤੇ ਉਸ ਤੋਂ ਬਾਅਦ ਭੀੜ ਦਾ ਗੁੱਸਾ ਇੰਨਾ ਸੀ ਕਿ ਭੀੜ ਨੇ ਇਸ ਸ਼ਖਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਦੀਆਂ ਵੀ ਕੁਝ ਤਸਵੀਰਾਂ ਦਿਖਾ ਰਹੇ ਹਾਂ। ਇਸ ਤੋਂ ਪਹਿਲਾਂ ਸਿੰਘੂ ਬਾਰਡਰ ਦੇ ਉੱਤੇ ਵੀ ਕੁਝ ਅਜਿਹਾ ਘਟਨਾਕ੍ਰਮ ਵਾਪਰਿਆ ਸੀ। ਉੱਥੇ ਇਲਜ਼ਾਮ ਲੱਗੇ ਇੱਕ ਸ਼ਖਸ ਦੇ ਉੱਤੇ ਜੋ ਤਰਨਤਾਰਨ ਦਾ ਰਹਿਣ ਵਾਲਾ ਸੀ ਕਿ ਉਸਨੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਤੋਂ ਬਾਅਦ ਉਸ ਦਾ ਗੁੱਟ ਵੜ ਦਿੱਤਾ ਗਿਆ ਸੀ। ਉੱਥੇ ਨਿਹੰਗ ਸਿੰਘ ਜਿਹੜੇ ਮੌਜੂਦ ਸਨ ਉਹਨਾਂ ਦੇ ਵੱਲੋਂ, ਤੇ ਉਸ ਸ਼ਖਸ ਦੀ ਵੀ ਮੌਤ ਹੋ ਗਈ ਸੀ। ਇਸ ਪੂਰੇ ਮਾਮਲੇ ਦੇ ਵਿੱਚ ਤੁਹਾਨੂੰ ਅਪਡੇਟ ਦੇ ਰਹੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਇਹ ਸ਼ਖਸ ਜਾ ਪਹੁੰਚਿਆ ਸੀ, ਕਾਬੂ ਕਰ ਲਿਆ ਗਿਆ ਤੇ ਉਸ ਸ਼ਖਸ ਨੂੰ ਹੁਣ ਭੀੜ ਨੇ ਗੁੱਸੇ ਦੇ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਹੈ। ਅਸੀਂ ਇੱਕ ਬਹੁਤ ਛੋਟੇ ਜਿਹੇ ਬ੍ਰੇਕ ਦੇ ਲਈ ਰੁਕ ਰਹੇ ਹਾਂ। ਇਸ ਵੱਡੀ ਖਬਰ ਦੇ ਉੱਤੇ ਲਗਾਤਾਰ ਬਣੇ ਹੋਏ